ਜਗਤ ਗੁਰੂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਸਤਿਗੁਰੂ ਜੀ ਦੇ ਚੱਲ ਰਹੇ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜੋ ਖਦਰਾਣੇ ਦੀ ਢਾਬ ਤੇ ਭਾਈ ਮਹਾ ਸਿੰਘ ਦੇ ਸਾਥੀ ਸਿੰਘ 40 ਸਿੰਘ ਔਰ 41ਵੀਂ ਮਾਈ ਭਾਗ ਕੌਰ ਜੀ ਵਜੀਦ ਖਾਂ ਦੀ ਫੌਜ ਦੇ ਨਾਲ ਮੁਕਾਬਲਾ ਕਰ ਰਹੇ ਹਨ। ਲੜੀਵਾਰ ਇਤਿਹਾਸ ਦੀ ਬੇਨਤੀ ਸਾਂਝੀ ਕਰਨ ਤੋਂ ਪਹਿਲਾਂ ਜੋ ਅੱਜ ਦਿਹਾੜਾ ਹੈ 10 ਫਰਵਰੀ ਦਾ ਦਿਨ ਹੈ, ਅੱਜ ਉਸ ਇਤਿਹਾਸ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਆਰੰਭ ਵਿੱਚ। ਅੱਜ ਸਾਧ ਸੰਗਤ ਜੀ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਅਤੇ ਇਹਨਾਂ ਦੇ ਸਾਥੀ ਹਜ਼ਾਰਾਂ ਸਿੰਘਾਂ ਨੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਹੈ ਸਭਰਾਵਾਂ ਦੀ ਧਰਤੀ ਤੇ। ਫਤਿਹਗੜ੍ਹ ਸਭਰਾ ਅੱਜ ਤੋਂ 176 ਸਾਲ ਪਹਿਲਾਂ ਅੱਜ ਦੇ ਦਿਨ ਅੰਗਰੇਜ਼ਾਂ ਦੇ ਨਾਲ ਸਿੱਖ ਸਰਦਾਰਾਂ ਨੇ ਜੰਗ ਕੀਤਾ। ਲੜਾਈਆਂ ਤੇ ਪਹਿਲਾਂ ਵੀ ਹੋਈਆਂ, ਪਰ ਇਹ ਉਸ ਵੇਲੇ ਖਾਲਸੇ ਦੀ ਅੰਗਰੇਜ਼ਾਂ ਦੇ ਨਾਲ ਆਖਰੀ ਲੜਾਈ ਸਭਰਾਵਾਂ ਦੀ ਧਰਤੀ ਤੇ ਹੋਈ ਹੈ 1846 ਈਸਵੀ ਸਨ ਨੂੰ, ਔਰ 176 ਸਾਲ ਦਾ ਸਮਾਂ ਅੱਜ ਤੋਂ ਬਣਦਾ ਹੈ। ਅੱਜ ਉਸ ਧਰਤੀ ਦੇ ਉੱਤੇ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਦਾ ਪਵਿੱਤਰ ਖੂਨ ਡੁੱਲਾ, ਉਹਨਾਂ ਦੇ ਸਾਥੀ ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਹੋਈ, ਔਰ ਉੱਥੇ ਸ਼ਹੀਦੀ ਅਸਥਾਨ ਸੋਭਨੀਕ ਹੈ। ਔਰ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਹਾਜ਼ਰੀ ਭਰ ਰਹੀਆਂ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਮੁਖਵਾਕ ਦੀ ਕਥਾ ਦੇ ਵਿੱਚ ਵੀ ਮੁੱਖ ਗ੍ਰੰਥੀ ਸਾਹਿਬਾਨ ਜੀ ਨੇ ਅੱਜ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਬੇਨਤੀਆਂ ਸਾਂਝੀਆਂ ਕੀਤੀਆਂ ਤੇ ਸਭਰਾਵਾਂ ਦਾ ਉਹ ਸਾਰਾ ਜ਼ਿਕਰ ਕੀਤਾ। ਜਿਸ ਵੇਲੇ ਸਮੇਂ ਦੇ ਨਾਲ ਬਾਬਾ ਫੂਲਾ ਸਿੰਘ ਜੀ ਅਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਪ੍ਰਲੋਕ ਗਮਨ ਕਰ ਗਏ। ਸਮੇਂ ਦੇ ਨਾਲ ਸਰਦਾਰ ਹਰੀ ਸਿੰਘ ਜੀ ਨਲੂਆ ਉਹ ਸੱਚਖੰਡ ਪਿਆਨਾ ਕਰ ਗਏ। ਮਹਾਰਾਜਾ ਰਣਜੀਤ ਸਿੰਘ ਜੀ ਉਹ ਚੜ੍ਹਾਈ ਕਰ ਗਏ ਤੇ ਫਿਰ ਡੋਗਰਿਆਂ ਦੀ ਕੁਟਲਨੀਤੀ ਕਰਕੇ ਖਾਲਸੇ ਰਾਜ ਦੇ ਵਿੱਚ ਫੁੱਟ ਪੈ ਗਈ, ਔਰ ਉਹ ਫੁੱਟ ਦਾ ਸਦਕਾ ਫਿਰ ਇਹ ਵੱਡਾ ਭਾਰੀ ਨੁਕਸਾਨ ਹੋਇਆ। ਔਰ ਇਸ ਜੰਗ ਤੋਂ 2 ਸਾਲ ਪਹਿਲਾਂ 1844 ਨੂੰ 27 ਵਿਸਾਖ ਵਾਲੇ ਦਿਨ ਮਹਾਨ ਮਹਾਂਪੁਰਖ ਉਸ ਮੌਕੇ ਦੇ ਕਰਨੀ ਕਮਾਈ ਵਾਲੇ ਸ੍ਰੀਮਾਨ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਾਲੇ, ਉਹਨਾਂ ਦਾ ਵੀ ਸਾਰਾ ਡੇਰਾ ਤੋਹਫਾਂ ਨਾਲ ਉਡਾਇਆ ਗਿਆ। 2 ਸਾਲ ਪਹਿਲਾਂ ਦੀ ਇਹ ਘਟਨਾ ਹੈ। ਅੱਜ ਤੋਂ ਮਤਲਬ 1846 ਤੋਂ 2 ਸਾਲ ਪਹਿਲਾਂ 1844 ਈਸਵੀ ਸਨ ਦੇ ਵਿੱਚ। ਪਹਿਲਾਂ ਇਹ ਕਈ ਲੜਾਈਆਂ ਸਿੱਖ ਸਰਦਾਰਾਂ ਨੇ ਲੜੀਆਂ ਤੇ ਉਹਨਾਂ ਦੇ ਵਿੱਚ ਹਾਰ ਹੁੰਦੀ ਹੈ। ਫੇਰੂ ਦੀ ਲੜਾਈ, ਹੋਰ ਲੜਾਈਆਂ। ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਆਪਣੇ ਘਰੇ ਰਹਿ ਰਹੇ ਸਨ ਉਹਨਾਂ ਦਿਨਾਂ ਦੇ ਵਿੱਚ, ਔਰ ਸਰਦਾਰ ਨੂੰ ਜਿਸ ਵੇਲੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ
ਵੀ ਇਸ ਵੇਲੇ ਡੋਗਰਿਆਂ ਦੀ ਗਦਾਰੀ ਕਰਕੇ ਸਿੱਖ ਫੌਜਾਂ ਅੰਗਰੇਜ਼ਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਹਾਰਦੀਆਂ ਜਾ ਰਹੀਆਂ ਹਨ ਤੇ ਤੁਸੀਂ ਇਹ ਕਮਾਨ ਸੰਭਾਲੋ ਸਾਰੀ। ਫਿਰ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਬਿਰਧ ਅਵਸਥਾ ਦੇ ਵਿੱਚ ਅਟਾਰੀ ਤੋਂ ਚੱਲੇ ਔਰ ਉਹ ਮਹਾਨ ਕਰਨੀ ਕਮਾਈ ਵਾਲੇ ਨਿਤਨੇਮੀ ਨਾਮ ਬਾਣੀ ਦੇ ਰਸੀਏ ਸਨ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ। ਉਹਨਾਂ ਦੇ ਪਿਤਾ ਜੀ ਦਾ ਜ਼ਿਕਰ ਆਉਂਦਾ ਹੈ, ਸਰਦਾਰ ਨਿਹਾਲ ਸਿੰਘ ਜੀ ਪਿਤਾ ਸਨ ਸਰਦਾਰ ਸ਼ਾਮ ਸਿੰਘ ਜੀ ਦੇ। ਉਹ ਵੀ ਮਹਾਨ ਉੱਚੇ ਸੁੱਚੇ ਜੀਵਨ ਵਾਲੇ ਸਨ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋਏ ਤੇ ਸਰਦਾਰ ਨਿਹਾਲ ਸਿੰਘ ਜੀ ਨੇ ਲਾਹੌਰ ਦੇ ਵਿੱਚ ਉਹਨਾਂ ਦੇ ਮੰਜੇ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਉਹਨਾਂ ਦੇ ਸਿਰਹਾਣੇ ਵਾਲੇ ਪਾਸੇ ਖਲੋ ਕੇ ਨਾ ਤੇ ਦਰਬਾਰ ਸਾਹਿਬ ਨੂੰ ਮੁੱਖ ਕਰਕੇ ਹੱਥ ਜੋੜ ਕੇ ਅਰਦਾਸ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ। ਆਖਿਆ ਵੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਹੜਾ ਰੋਗ ਜਿਹੜੀ ਬਿਮਾਰੀ ਮਹਾਰਾਜੇ ਰਣਜੀਤ ਸਿੰਘ ਨੂੰ ਲੱਗੀ ਉਹ ਨਿਹਾਲ ਸਿੰਘ ਦੇ ਸਰੀਰ ਨੂੰ ਲੱਗ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਰੀਰ ਤੰਦਰੁਸਤ ਹੋ ਜਾਵੇ। ਇਹਨਾਂ ਦੀ ਲੋੜ ਹੈ ਕੌਣ? ਇਹ ਇਤਿਹਾਸ ਦੇ ਵਿੱਚ ਲਿਖਿਆ। ਜਦੋਂ ਇਹ ਅਰਦਾਸ ਸਰਦਾਰ ਨਿਹਾਲ ਸਿੰਘ ਨੇ ਕੀਤੀ ਸੀ ਉਸੇ ਦਿਨ ਤੋਂ ਸਰਦਾਰ ਨਿਹਾਲ ਸਿੰਘ ਜੀ ਬਿਮਾਰ ਪੈ ਗਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਉੱਠ ਕੇ ਬੈਠ ਗਏ ਸਨ। ਉਹ ਤੰਦਰੁਸਤ ਹੁੰਦੇ ਗਏ, ਇਹ ਬਿਮਾਰ ਹੁੰਦੇ ਗਏ ਤੇ ਫਿਰ ਨਿਹਾਲ ਸਿੰਘ ਜੀ ਚੜ੍ਹਾਈ ਕਰ ਗਏ। ਸਮੇਂ ਨਾਲ ਫਿਰ ਮਹਾਰਾਜਾ ਰਣਜੀਤ ਸਿੰਘ ਵੀ ਚੜ੍ਹਾਈ ਕੀਤੇ। ਤੋ ਉਹ ਸਰਦਾਰ ਨਿਹਾਲ ਸਿੰਘ ਜੀ ਦੇ ਸੁਪੁੱਤਰ ਸਨ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ। ਉਹਨਾਂ ਦੇ ਸੰਬੰਧ 'ਚ ਲਿਖਿਆ ਜਿੱਥੇ ਉਹ 5 ਬਾਣੀਆਂ ਦੇ ਨਿਤਨੇਮ ਸਨ, ਨਿਤਨੇਮੀ ਸੀ, ਉੱਥੇ ਹੋਰ ਬਾਣੀਆਂ ਦੇ ਵੀ ਨਿਤਨੇਮੀ ਤੇ ਨਾਲ ਭਗਉਤੀ ਕੀ ਵਾਰ ਦਾ ਵੀ ਰੋਜ਼ ਨਿਤਨੇਮ ਕਰਦੇ ਹੁੰਦੇ ਸੀ ਸਰਦਾਰ ਸ਼ਾਮ ਸਿੰਘ ਜੀ। ਚੰਡੀ ਦੀ ਵਾਰ ਦਾ ਰੋਜ਼ ਪਾਠ ਕਰਦੇ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਤੁਰਨ ਲੱਗੇ ਨਾ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਅਟਾਰੀ ਤੋਂ ਇਹ ਸਭਰਾਵਾਂ ਵੱਲ ਨੂੰ ਅੰਗਰੇਜ਼ਾਂ ਦੀ ਫੌਜ ਨਾਲ ਮੁਕਾਬਲਾ ਕਰਨ ਵਾਸਤੇ, ਅਰਦਾਸ ਇਹ ਕੀਤੀ ਸਰਦਾਰ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਂ ਤੇ ਉੱਥੋਂ ਮੈਂ ਜਿੱਤ ਕੇ ਆਵਾਂ ਤੇ ਜੇ ਮੈਂ ਜਿੱਤਿਆ ਨਾ ਜਾਵਾਂ ਤੇ ਫਿਰ ਜਿਉਂਦਾ ਵਾਪਸ ਹਾਰ ਕੇ ਵਾਪਸ ਨਾ ਆਵਾਂ, ਫਿਰ ਉੱਥੇ ਸ਼ਹੀਦ ਹੋ ਜਾਵਾਂ। ਇਹੋ ਜੀ ਅਰਦਾਸ ਕੀਤੀ ਉਸ ਬਜ਼ੁਰਗ ਨੇ। ਸਰਦਾਰ ਸ਼ਾਮ ਸਿੰਘ ਜੀ ਨਾਲ ਸਿੱਖ ਸਰਦਾਰ ਚੱਲੇ ਤੇ ਜਿਸ ਵੇਲੇ ਸਭਰਾਵਾਂ ਦੀ ਧਰਤੀ ਦੇ ਉੱਤੇ ਫਿਰ ਅੰਗਰੇਜ਼ਾਂ ਦੀ ਫੌਜ ਦੇ ਨਾਲ ਮੁਕਾਬਲਾ ਹੋਇਆ ਸਿੱਖ ਸਰਦਾਰਾਂ ਦਾ, ਨਾਲ ਹੀ ਡੋਗਰੇ ਸੀ ਉਸ ਵੇਲੇ, ਲਾਲ ਸਿੰਘ, ਧਿਆਨ ਸਿੰਘ ਆਦਿਕ, ਤੇਜਾ ਸਿੰਘ। ਉਹਨਾਂ ਡੋਗਰਿਆਂ ਨੇ ਫਿਰ ਉਸ ਮੌਕੇ ਤੇ ਵੀ ਗਦਾਰੀ ਕੀਤੀ। ਅੰਗਰੇਜ਼ਾਂ ਨਾਲ ਰਲੇ ਹੋਏ ਸੀ, ਅੰਗਰੇਜ਼ਾਂ ਨੂੰ ਸਾਧੀ ਹੋ ਰਹੇ ਸੀ ਤੇ ਗਦਾਰੀ ਕੀਤੀ। ਜਿਸ ਵੇਲੇ ਸਿੱਖ ਸਰਦਾਰ ਲੜ ਰਹੇ ਆ, ਅੱਜ ਦੇ ਦਿਨ 10 ਫਰਵਰੀ ਵਾਲੇ ਦਿਨ 1846 ਈਸਵੀ ਨੂੰ ਤੋਪਾਂ ਬੰਦੂਕਾਂ ਅੰਗਰੇਜ਼ਾਂ ਦੇ ਨਾਲ ਹੁਣ ਮੁਕਾਬਲਾ ਕਰਨਾ ਹੈ ਤੇ ਜਦੋਂ ਇਹ ਸਤਲੁਜ ਦਰਿਆ ਤੋਂ ਅਸਲਾ ਜਿਹੜਾ ਆਉਣਾ ਸੀ ਨਾ, ਉਹ ਤੋਪਾਂ ਚਲਾਉਣ ਵਾਸਤੇ ਬਰੂਦ ਵਿੱਚ ਗੋਲੀਆਂ ਚਲਾਉਣ ਵਾਸਤੇ ਬਰੂਦ, ਉਹ ਡੋਗਰਿਆਂ ਨੇ ਸਰੋਂ ਦੀਆਂ ਬੋਰੀਆਂ ਭਰ ਭਰ ਕੇ ਅੱਗੇ ਘੱਲ ਦਿੱਤੀਆਂ ਅਸਲੇ ਦੇ ਥਾਂ ਤੇ, ਬਰੂਦ ਦੇ ਥਾਂ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਘੱਲ ਦਿੱਤੀਆਂ। ਤੇ ਹੁਣ ਉਹ ਤੋਪਾਂ ਕਿੱਥੋਂ ਚੱਲਣ? ਮਿੱਟੀ ਦੀਆਂ ਬੋਰੀਆਂ ਨਾਲ ਤੇ ਸਰੋਂ ਦੀਆਂ ਬੋਰੀਆਂ ਨਾਲ। ਜਿੰਨਾ ਕਸਲਾ ਸੀ ਉਹਨਾਂ ਕੁ ਚਲਾਇਆ। ਆਖਿਰਕਾਰ ਉਹ ਡੋਗਰੇ ਵਿੱਚੋਂ ਭੱਜ ਗਏ ਤੇ ਜਾਂਦੇ ਹੋਏ ਜਿਹੜਾ ਬੇੜੀਆਂ ਦਾ ਪੁਲ ਬੰਨਿਆ ਸੀ ਨਾ ਸਤਲੁਜ ਦੇ ਉੱਤੇ, ਬੇੜੀਆਂ ਦਾ ਪੁਲ ਰੱਸੇ ਬੰਨ ਕੇ, ਉਹ ਰੱਸੇ ਵੀ ਵੱਢ ਗਏ ਤੇ ਬੇੜੀਆਂ ਵੀ ਖੋਲ ਗਏ, ਪੁਲ ਤੋੜ ਕੇ ਗਾਹ ਗਏ। ਫਿਰ ਸਿੱਖ ਸਰਦਾਰਾਂ ਨੇ ਜੋ ਉਹਨਾਂ ਦੇ ਕੋਲੇ ਰਵਾਇਤੀ ਸ਼ਸਤਰ ਸੀ, ਨੇਜੇ, ਬਰਛੇ, ਕਿਰਪਾਨਾਂ, ਢਾਲਾਂ, ਤੇ ਫਿਰ ਇਹਨਾਂ ਦੇ ਨਾਲ ਜੰਗ ਕੀਤਾ ਤੇ ਆਖਰੀ ਸਾਹ ਤੀਕ ਉਹ ਸੂਰਬੀਰ ਬਹਾਦਰ ਲੜਦੇ ਰਹੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ ਜੂਝ ਕੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਹੈ ਸਭਰਾਵਾਂ ਦੀ ਧਰਤੀ ਤੇ। ਉਹਨਾਂ ਦੇ ਨਾਲ ਦੇ ਸਿੰਘ 5000 ਤੋਂ ਵਧੇਕ ਸਿੰਘ ਸ਼ਹੀਦ ਹੋਇਆ। 100 ਸਾਲ ਪਹਿਲਾਂ ਹੀ ਹਿੰਦੁਸਤਾਨ ਤੇ ਤਾਂ ਰਾਜ ਕਰਦੇ ਪਏ ਸੀ ਅੰਗਰੇਜ਼,
जिस वेले अज दे दिन सरदार श्याम सिंह अटारी वाले ते उन्हां दे साथी सिंह शहीद होए, उस तो बाद फिर पंजाब दी धरती ते अंग्रेजां दा राज होया। 1846 तो लैके 1947 तक 100 साल पंजाब दी धरती ते फिर अंग्रेजां ने राज कीता। जदों सरदार श्याम सिंह जी शहीद हुंदे आ, इतिहासकार लिखते आ कि वह फिर इको ही थंम सी खालसा राज दा, तां ओह सरदार श्याम सिंह अटारी वाला सी सिख जरनैल। जदों शहीद होया कहंदे भी ये चौथा थंम भी डिग पिया, जिस थंम दे उत्ते खलोता सी खालसा राज। ते उस दिन तो जदों अज दे दिन सरदार श्याम सिंह जी शहीद हुंदे आ, ते उस दिन तो फिर बाद च 100 साल अंग्रेज राज करदा है। भावें फिर सिख सरदारां ने कुर्बानियां कीतियां, गदरी बाबियां ने कुर्बानियां कीतियां, अंग्रेज इत्थों जांदे आ, जांदे होए मुल्क नूं वंड के चल जांदे आ, पर सिख कौम तां उस दिन तो अज तक ਉਹ दिन नहीं हले खालसे दे आए, ਜਿਹੜੇ उस वेले खालसा राज मौके दे उत्ते सी, वो दिन वापस नहीं मुड़ के आए। हथ दे विच ही किरपान है जदों शहीद होया सरदार श्याम सिंह। लिखिया वा भी अंग्रेजां ने भी टोपियां ला के सलूट कीता सी, आखिया सरदारा तू हारिया नहीं, तैनू हराया गया है। भी तेरे विच ही जिहड़े गदारी करन वाले सी उन्हां ने गदारां ने गदारी कीती आ, तां तू हारिया वा, तू हारिया नहीं तैनू हराया गया है। असीं जिते नहीं, सानू जिताया गया। ते उन्हां ने टोपियां ला ला के सरदार श्याम सिंह अटारी वाले नूं सलूट मारे या शहीद होए नूं, ऐसा भी लिखिया है। ते हथ दे विच शहीद होए दे हथ सुज गया सी तलवार चला चला के सरदार दा, ते हथ दे विच ही किरपान सी, उसे तरह सुजया होया हथ, ते मुठा हथ दे विचों किरपान दा छुटिया नहीं सी। शहीद होए दे भी हथ दे विच ही उस मौके दे उत्ते किरपान सी सरदार श्याम सिंह दे। तां ऐसे साध संगत जी, वो सूरबीर बहादुर योधे जिन्हां ने फतेहगढ़ सभरावां दी धरती ते जिला फिरोजपुर दे विच 5000 तो वधिक सिख सरदारां ने अपना खून डोलिया, शहादत प्राप्त की, अपने देश वास्ते कौम वास्ते हक वास्ते लड़े। उन्हां सूरबीर बहादुरां दा अज शहीदी दिहाड़ा है, उन्हां दी शहादत नूं नमस्कार है। क्योंकि शहीद आपां कुर्बान करके अपनी कौम नूं अपनी देश नूं जिंदगी दिंदा है। जे अज असीं जिउंदे जागदे हां, जो कुछ साडे कोले है ये गुरु साहिबां दीयां कुर्बानियां दा सदका, ये सिख सरदारां दीयां शहादतां दा सदका है। जिन्ना कुछ साडे कोले है, तां ही किसी गुरमुख ने लिखिया, शहीद की जो मौत है वो कौम की हयात है, हयात तो हयात है वो मौत भी हयात है। कहंदे शहीद दी मौत कौम दी जिंदगी हुंदी आ, जिंदगी तो फिर भी जिंदगी हुंदी ते मौत मौत ही हुंदी है ना। पर कहंदे जिंदगी जिंदगी हुंदी आ, मौत भावें मौत ही हुंदी आ, पर शहीद दी मौत भी जिंदगी हुंदी आ। शहीद अमर हो जाता है। अज सभरावां दी धरती ते लखां संगतां उन्हां शहीदां नूं नमस्कारां कर रहीआं। और 1 फरवरी तो लैकर के अज 10 फरवरी तक 10 दिन वड्डे भारी दीवान सजदे आ। 9 दिन रात नूं दीवान सजदे आ ते 10वें दिन अज सवेर तो अखंड पाठ साहिबां दे भोग संपूर्ण होए ते हुण तक दीवान सज रहे हैं। और जिस थां दे उत्ते गुरमत विद्यालय भी चल रहा है, और उस विद्यालय दे विच उत्थे रह करके श्री गुरु ग्रंथ साहिब महाराज जी की अमृत बाणी की संथ्या करन दा दास नूं भी सुभाग प्राप्त होया। ते अज नाल नाल शहीद बाबा दीप सिंह साहब जी का भी शहीदी दिहाड़ा मनाया जा रहा है, जो श्री अमृतसर साहब टाला साहब स्थान ते। जिस बाबा दीप सिंह साहब जी ने जिस वेले सुनिया सी सचखंड श्री हरमंदर साहब जी की बेअदबी हो रही है, गुरबाणी लिख रहे सन, गुरबाणी की कथा कर रहे सन, विद्यार्थियों को अर्थ पढ़ा रहे सन,
ਉਸੇ ਮੌਕੇ ਦੇ ਉੱਤੇ ਹੀ ਕਲਮ ਰੱਖ ਕਰਕੇ ਤੇ 18 ਸੇਰ ਦਾ ਖੰਡਾ ਚੁੱਕਿਆ ਬਜ਼ੁਰਗ ਅਵਸਥਾ ਦੇ ਵਿੱਚ। ਨਾਲ ਦੇ ਪੜਨ ਵਾਲੇ ਕਥਾ ਸੰਥਿਆ ਕਰਨ ਵਾਲੇ ਸਿੰਘਾਂ ਨੂੰ ਆਖਿਆ ਵੀ ਚੱਲੋ ਹੁਣ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕੀਏ। ਸਿੰਘਾਂ ਦਾ ਜਥਾ ਚੱਲਿਆ। ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ ਤੇ 12 ਮਿਸਲਾਂ ਬਣੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵਿੱਚ ਸਿੱਖ ਸਰਦਾਰਾਂ ਦੀਆਂ। ਮਿਸਲ ਕਹਿੰਦੇ ਇੱਕ ਜਥੇ ਨੂੰ, 12 ਜਥੇ ਸੀ, 12 ਮਿਸਲਾਂ ਸੀ। ਉਹਨਾਂ ਵਿੱਚੋਂ ਇੱਕ ਮਿਸਲ ਦੇ ਜਥੇਦਾਰ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਸਨ। ਬਾਬਾ ਜੀ ਨੂੰ ਜਿਉਂਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਜਦੋਂ 3 ਮਹੀਨੇ ਕਥਾ ਸੁਣੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਰਸਨਾ ਤੋਂ, ਤੇ ਉਸ ਵੇਲੇ ਖਾਲਸੇ ਦੇ ਦੀਵਾਨ ਦੇ ਵਿੱਚ, ਭਰੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਸਾਡਾ ਬਾਬਾ ਦੀਪ ਸਿੰਘ ਇਹ ਜਿੰਦਾ ਸ਼ਹੀਦ ਹੈ। ਜਿਉਂਦੇ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਜੀ ਨੂੰ ਮਿਲਿਆ ਸੀ। ਜਿੰਦਾ ਸ਼ਹੀਦ ਬਾਬਾ ਦੀਪ ਸਿੰਘ, ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ, 12 ਮਿਸਲਾਂ ਵਿੱਚੋਂ ਸ਼ਹੀਦ ਮਿਸਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ। ਚੱਲੇ 18 ਸੇਰ ਦਾ ਖੰਡਾ ਹੈ। ਬਜ਼ੁਰਗ ਬਾਬਾ ਚੱਲਿਆ, ਸਿੰਘਾਂ ਦਾ ਜਥਾ ਨਾਲ ਚੱਲਿਆ। ਸ੍ਰੀ ਤਰਨਤਾਰਨ ਸਾਹਿਬ ਪਹੁੰਚੇ ਤੇ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਅਰਦਾਸ ਬੇਨਤੀ ਕੀਤੀ ਔਰ ਆਖਿਆ ਵੀ ਸਤਿਗੁਰੂ ਉਹਨਾਂ ਚਿਰ ਮੈਂ ਸਰੀਰ ਨਹੀਂ ਤਿਆਗਾਂਗਾ ਜਿੰਨਾ ਚਿਰ ਆਪ ਜੀ ਦੇ ਦਰਬਾਰ ਦੀ ਪਵਿੱਤਰਤਾ ਕਾਇਮ ਨਹੀਂ ਕਰ ਲੈਂਦਾ। ਬਾਬੇ ਨੇ ਅਰਦਾਸ ਅਨੋਖੀ ਕੀਤੀ। ਅਰਦਾਸ ਕੀਤੀ ਉਹਨਾਂ ਚਿਰ ਮੈਂ ਮਰਨਾ ਹੀ ਨਹੀਂ, ਮੇਰੇ ਤੇ ਕਿਰਪਾ ਕਰ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਨਹੀਂ ਕਰ ਲੈਂਦਾ। ਸ਼ਹੀਦ ਹੋਣ ਵਾਸਤੇ ਕਈਆਂ ਨੇ ਅਰਦਾਸਾਂ ਕੀਤੀਆਂ ਵੀ ਅਸੀਂ ਜੰਗ ਨੂੰ ਚੱਲੇ ਆ ਤੇ ਜੰਗ ਦੇ ਵਿੱਚ ਸ਼ਹੀਦੀ ਪਾਵਾਂਗੇ, ਪਰ ਬਾਬੇ ਨੇ ਆਖਿਆ ਮੈਂ ਉਹਨਾਂ ਚਿਰ ਨਹੀਂ ਸਰੀਰ ਤਿਆਗਣਾ ਜਿੰਨਾ ਚਿਰ ਦਰਬਾਰ ਸਾਹਿਬ ਨੂੰ ਪਵਿੱਤਰਤਾ ਕਾਇਮ ਨਹੀਂ ਕਰ ਲੈਂਦਾ। ਜਿੰਨੇ ਉੱਥੇ ਬੇਅਦਬੀ ਕਰਨ ਵਾਲੇ ਆ ਜਿੰਨਾ ਚਿਰ ਉਹਨਾਂ ਨੂੰ ਭਜਾ ਨਹੀਂ ਦਿੰਦਾ ਉੱਥੇ। ਇਹ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ। ਤਰਨਤਾਰਨ ਸਾਹਿਬ ਤੋਂ ਥੋੜਾ ਹੀ ਅੱਗੇ ਹੋਏ ਤੇ ਫਿਰ ਇੱਕ ਲਕੀਰ ਖਿੱਚੀ ਖੰਡੇ ਦੇ ਨਾਲ। ਲਕੀਰ ਖਿੱਚ ਕੇ ਤੇ ਆਖਿਆ ਵੀ ਜਿਨ੍ਹਾਂ ਨੂੰ ਘਰ ਦਾ ਮੋਹ ਹੈ, ਧੀਆਂ ਦਾ, ਪੁੱਤਰਾਂ ਦਾ, ਘਰ ਵਾਲੀ ਦਾ, ਮਾਂ ਪਿਓ ਦਾ, ਜਾਂ ਪਿੱਛੇ ਹੋਰ ਕੋਈ ਘਰ ਘਾਟ ਦਾ, ਕੋਈ ਜ਼ਮੀਨ ਜਾਇਦਾਦ ਦਾ, ਉਹ ਇਦੋਂ ਅੱਗੇ ਨਾ ਟੱਪਿਓ, ਪਿਛਾਂਹ ਨੂੰ ਚਲੇ ਜਾਓ। ਤੇ ਜਿਨ੍ਹਾਂ ਨੇ ਮਰਨਾ ਮੰਡਿਆ ਉਹ ਇਹ ਲਕੀਰ ਤੋਂ ਅੱਗੇ ਹੋਇਓ। ਬਾਬਾ ਜੀ ਪਹਿਲੋਂ ਆਪ ਹੋਏ, ਸਾਰੇ ਹੀ ਜਿੰਨੇ ਸਿੱਖ ਸਰਦਾਰ ਸੀ ਛਾਲਾਂ ਮਾਰ ਮਾਰ ਕੇ ਬਾਬਾ ਜੀ ਦੀ ਖਿੱਚੀ ਹੋਈ ਲਕੀਰ ਟੱਪ ਗਏ। ਸਿੰਘਾਂ ਦਾ ਜਥਾ ਜਿਸ ਵੇਲੇ ਪਹੁੰਚਿਆ ਹੈ ਔਰ ਜੰਗ ਸ਼ੁਰੂ ਹੋਇਆ ਚੱਬੇ ਦੇ ਇਲਾਕੇ ਦੇ ਵਿੱਚ ਤੁਰਕਾਂ ਦੀ ਫੌਜ ਦੇ ਨਾਲ, ਜਹਾਨ ਖਾਨ ਦੇ ਨਾਲ, ਤੇ ਜਹਾਨ ਖਾਨ ਦਾ ਮੁਕਾਬਲਾ ਕਰਦੇ ਬਾਬਾ ਦੀਪ ਸਿੰਘ ਸਾਹਿਬ ਜੀ। ਕਰਦਿਆਂ ਕਰਦਿਆਂ ਜਿਸ ਮੌਕੇ ਦੇ ਉੱਤੇ ਸਾਂਝਾ ਵਾਰ ਹੋਇਆ ਤੇ ਬਾਬਾ ਜੀ ਦੇ ਖੰਡੇ ਦੇ ਨਾਲ ਉਹਦਾ ਸਿਰ ਧੜ ਤੋਂ ਵੱਖਰਾ ਹੋ ਗਿਆ ਤੇ ਉਹਦੇ ਵਾਰ ਦੇ ਨਾਲ ਬਾਬਾ ਜੀ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ। ਪਾਸ ਖਲੋਤੇ ਹੋਏ ਸਿੰਘ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਤੇ ਆਖਿਆ ਸੀ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਨਹੀਂ ਕਰ ਦਿੰਦਾ ਉਹਨਾਂ ਚਿਰ ਸਰੀਰ ਨਹੀਂ ਤਿਆਗਾਂਗਾ, ਤੇ ਤੁਸੀਂ ਰਸਤੇ ਦੇ ਵਿੱਚ ਹੀ ਸ਼ਹੀਦ ਹੋ ਗਏ ਹੋ। ਇਤਿਹਾਸ ਕਹਿੰਦਾ ਉਸੇ ਵੇਲੇ ਸਰੀਰ ਵਿੱਚ ਹਰਕਤ ਆਈ ਆ, ਬਾਬਾ ਜੀ ਦਾ ਧੜ ਉੱਠ ਕੇ ਖਲੋ ਜਾਂਦਾ ਹੈ ਉਸੇ ਤਰ੍ਹਾਂ ਹੀ, ਤੇ ਜਿਹੜਾ ਸੀਸ ਹੈ ਉਹ ਬਾਬਾ ਜੀ ਖੱਬੀ ਹੱਥ ਦੀ ਹਥੇਲੀ ਤੇ ਚੁੱਕ ਲੈਂਦੇ ਨਾਲ, ਤੇ ਆਪਣਾ ਸੀਸ ਜਿਹੜਾ ਉਹ ਹੱਥ ਦੀ ਹਥੇਲੀ ਤੇ ਚੁੱਕ ਕੇ 18 ਸੇਰ ਦਾ ਖੰਡਾ ਇਸ ਤਰ੍ਹਾਂ ਹੱਥ ਦੇ ਉੱਤੇ ਸੀਸ ਰੱਖ ਕਰਕੇ, ਤਲੀ ਦੇ ਉੱਤੇ ਸੀਸ ਰੱਖ ਕਰਕੇ ਤੇ 18 ਸੇਰ ਦਾ ਖੰਡਾ ਖੜਕਾਉਂਦੇ ਜਾਂਦੇ ਬਾਬਾ ਜੀ। ਉਹ ਬਾਬਾ ਜੀ ਦੇ ਰੋਮ ਰੋਮ ਦੇ ਵਿੱਚ ਬਾਣੀ ਵਸੀ ਹੋਈ ਸੀ, ਜਿਸ ਨੇ 4 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੀ ਕਲਮ ਨਾਲ ਲਿਖੇ। ਅੱਜ 4 ਹੀ ਤਖਤ ਸਾਹਿਬਾਂ ਤੇ ਸੋਭਨੀਕ ਹਨ। ਤੇ ਫਿਰ ਦਰਬਾਰ ਸਾਹਿਬ ਦੀਆਂ ਪਰਿਕਰਮਾ ਚ ਤੀਕ ਪਹੁੰਚੇ ਤੇ ਤੁਰਕਾਂ ਦੀ ਫੌਜ ਵੇਖ ਵੇਖ ਕੇ ਭਾਜਣਾ ਪੈ ਗਈਆਂ ਵੀ ਇਹ ਤਾਂ ਲੱਥੇ ਸਿਰ ਵਾਲਾ ਬਾਬਾ ਵੀ ਖੰਡਾ ਖੜਕਾਈ ਜਾ ਰਿਹਾ, ਇਹਨਾਂ ਨੂੰ ਕਿਵੇਂ ਮਾਰਾਂਗੇ, ਇਹ ਤਾਂ ਸਿਰ ਲੱਥਣ ਤੋਂ ਬਾਅਦ ਵੀ ਲੜੀ ਜਾ ਰਹੇ। ਐਸੀ ਕਰਨੀ, ਐਸੀ ਕਮਾਈ, ਐਸੀ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ। ਔਰ ਇਹ ਵਰਦਾਨ ਮਿਲਿਆ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਦੋਂ ਦਮਦਮਾ ਸਾਹਿਬ ਗੁਰੂ ਕੀ ਕਾਂਛੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਾਈ ਸੀ ਤੇ ਸਾਰੀ ਬਾਣੀ ਦੀ ਕਥਾ ਆਪਣੇ ਰਸਨਾ ਤੋਂ ਕੀਤੀ ਸੀ। ਭਾਈ ਮਣੀ ਸਿੰਘ ਸਾਹਿਬ ਜੀ ਨੇ ਬਾਣੀ ਲਿਖੀ ਸੀ ਤੇ ਉਸ ਵੇਲੇ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੂੰ ਵਰਦਾਨ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ।
आख्या सी ਸਿੰਘੋ गुरबाणी लिखण दी सेवा, गुरबाणी दी कथा करन दी, संथ्या कराउण दी अगे सेवा तुसीं दोवां ਸਿੰਘਾਂ ने करनी, तुहाडे तो असीं टकसालां तोरनीआं। इन्हां ने बेनती कीती सी महाराज आप जी दे दर्शनां विच आप जी दे नाल बड़ा आनंद बनिया होया, असीं नाल ही रहना चाहुंदे हां। फिर खुशी विच गुरु गोबिंद सिंह महाराज ने आख्या सी कि भाई दीप सिंह तेरा सीस भी धड़ तो वखरा हो जाएगा ते तेरे आनंद च फर्क नहीं पवेगा। मनी सिंघा तेरा बंद बंद भी कट्टिया जाएगा ते आनंद विच फर्क नहीं कोई पवेगा, इसे तरह चढ़दी कला रहेगी। वो खुशी सी गुरु गोबिंद सिंह महाराज साहब जी दी, वो हथ सी दशमेश पिता जी का, वो बख्शिशां सी कलगीधर पातशाह जी दियां, तां ही बाबा जी ने फिर सीस तली ते रख करके खंडा खड़काया ते भाजना पै गईयां। ते फिर परिक्रमा विच जा करके गुरु रामदास साहब महाराज दे चरनां दे विच अरदास बेनती करके ते परिक्रमा दे विच अपना सीस भेटा करके उत्थे नमस्कार कीती बाबा दीप सिंह साहब जी ने। ऐसे साडे कौम दे शहीद ते परिक्रमा दे विच शहीदी बुंगा भी बाबा जी दा बनया होया। आपां परिक्रमा करदे हां गुरु रामदास साहब महाराज दे पवित्र सरोवर दीआं ते बाबा दीप सिंह साहब जी दे उस स्थान ते नमस्कार भी करके अगे जाने हां। गुरु ग्रंथ साहब महाराज जी का प्रकाश है उस स्थान से, बाबा जी की तस्वीर लगी हुई है उस स्थान के उत्ते। फिर बाबा जी के पवित्र शरीर का सीस का जिथे शहीदी स्थान है ना, शहीदां वाला स्थान अमृतसर साहब दे विच, उस स्थान के उत्ते बाबा जी के पवित्र शरीर का संस्कार गुरु के सिंघां ने कीता सी। तो ऐसे अज ये शहीदी दिहाड़े भी गुरु का पंथ मना रहा है। तो लड़ीवार रूप दे विच साध संगत जी खदराणे दी ढाब का इतिहास चल रहा है। अगले पासे उच्ची टिब्बी ते गुरु गोबिंद सिंह साहब जी महाराज, ये खदराणे दी नीवीं ढाब दे विच 40 सिंह भाई महा सिंह जी दे साथी, इन्हां दे समेत 40 गिणती है। 41वीं माई भाग कौर है। हजारां दी गिणती विच सरहंद दे सूबे वजीद खां दी फौज है ते उन्हां दे नाल ये 40 सिंह डट के मुकाबला कर रहे हैं। जिस प्रकार दे नाल पिछे पहला 1 सिंह निकलिया, फिर 5 सिंह निकले, फिर 10 सिंह निकले। इस तरीके दे नाल उन्होंने जिवें सो ये जंग कीता ते जिस प्रकार नाल शहीदियां प्राप्त कीतियां आप जी ने पिछे प्रसंग सरवण कीता है। अगे शरधा भावना सहित सरवण करिए। उचारण करो जी। सतनाम श्री वाहे गुरु साहिब जी। फिर 11 सिंह निकले हैं उस मौके दे उत्ते और ये खदराणे दी ढाब तो निकल करके बाहर इन्हां गुरु के सिंघां ने बरछे ते किरपाना अपने हत्थां विच संभालियां होईयां हन। तुरकां दी फौज दे विच ये टुट करके पै गए। अपने हिरदे दे विच वीर रस धारण करके उस मौके दे उत्ते मान धारण करके तुरकां दी फौज दा मुकाबला करन लगे। ਸਿੰਘਾਂ ने हत्थां दे विच बंदूकां संभालियां होईयां। इसे तरह बरूद भी विच पाया है। 2-2 गोलियां पा के भी कस दे तां पलीते जिहड़े हन वो भी जमाए जांदे लाए जांदे। ओदी कला जोड़ करके फिर तोड़े दागदे हन। इसे तरह कली वो जिहड़ी ओदी कला है घोड़ा है वो कली इसे तरह उपरले पासे वो टोपी जी जिहदे दे विच बरूद पा के ते ओनू मोड़दे हन। हत्थां विच रख करके फिर निशाना तकदे ते झुका करके निशाना ला करके ते चला देंदे हन। कड़ाके पैंदे। चल रही है शूक दी होई गोली, जिस दी देह नूं लगदी है फोड़ देंदी है। दाड़ दाड़ करके थले सुट्टी जांदी है। इस तरह कहंदे ओ ढाब दे विचों ਸਿੰਘਾਂ ने गोलियां चलाईयां 4 चफेरे ही। ਜਿਹੜੇ ਜਿਹੜੇ ਪਾਸਿਓਂ ਤੁਰਕ ਹਮਲਾ ਕਰ ਰਹੇ ਸੀ ਵਜੀਦਾਂ ਦੀ ਫੌਜ, ਵਜੀਦੇ ਦੀ ਫੌਜ ਹਮਲਾ ਕਰ ਰਹੀ ਸੀ, ਉਧਰਲੇ ਪਾਸੇ गुरु के ਸਿੰਘਾਂ ने गोलियां चलाइयां
ਉਸ ਤਾਲ ਦੇ ਚਾਰ ਚਫੇਰੇ, ਖਦਰਾਣੇ ਦੀ ਢਾਬ ਦੇ ਚਫੇਰੇ, ਜਿੱਧਰੋਂ ਜਿੱਧਰੋਂ ਇਹ ਤੁਰਕ ਆ ਰਹੇ ਸੀ ਉਧਰ ਨੂੰ ਪਾਸੇ ਚੜ੍ਹਾਈ ਕਰਕੇ ਤੇ ਦਾੜ ਦਾੜ ਗੋਲੀਆਂ ਦਾਗ ਕੇ ਤੇ ਡੇਗ ਦਿੱਤੇ। ਕੜਾ ਕਾੜ ਮਾਚੀ, ਗੋਲੀਆਂ ਦੀ ਕਾੜ ਕਾੜ ਮਚ ਰਹੀ ਹੈ। ਧੂੜ ਰਾਚੀ, ਲਹੂ ਧੂੜ ਦੇ ਵਿੱਚ ਜਿਸ ਵੇਲੇ ਪੈ ਰਿਹਾ ਏ ਤੇ ਲਹੂ ਤੇ ਧੂੜ ਰਚ ਮਿਚ ਗਈ ਹੈ। ਹਰੇ ਸਿੰਘ ਮਾਰੈ, ਇਸ ਤਰ੍ਹਾਂ ਖਲੋਤੇ ਹੋਏ ਸਿੰਘ ਗੋਲੀਆਂ ਮਾਰ ਰਹੇ ਹਨ ਤੁਰਕਾਂ ਨੂੰ। ਨਹੀਂ ਤਰਾਸ ਧਾਰੈ, ਨਹੀਂ ਡਰ ਧਾਰਨ ਕਰਦੇ ਕਿ ਅਸੀਂ ਗਿਣਤੀ ਦੇ ਆ ਤੇ ਇਹ ਹਜ਼ਾਰਾਂ ਹਨ। ਇਸ ਤਰ੍ਹਾਂ ਦਾ ਡਰ ਵੀ ਕੋਈ ਗੁਰੂ ਕੇ ਸਿੰਘ ਨਹੀਂ ਧਾਰਨ ਕਰਦੇ। ਮਹਾਂਵੀਰ ਗਿਆਰਾਂ, ਗੁਰੂ ਕੇ ਮਹਾਨ ਹੀ ਇਹ ਸੂਰਬੀਰ ਭਾਈ ਮਹਾ ਸਿੰਘ ਦੇ ਸਾਥੀ 11 ਸੂਰਬੀਰ ਹਨ। ਰਾਗੰ ਕਿਨਾਰਾ, ਇਸ ਤਰ੍ਹਾਂ ਕਹਿੰਦੇ ਵੀ ਉਹ ਢਾਬ ਦੇ ਕਿਨਾਰੇ ਹਨ। ਜਿੱਥੇ ਸ਼ਸਤਰ ਆਏ, ਜਿੰਨੇ ਸ਼ਤਰੂ ਆਏ ਹਨ, ਦੁਸ਼ਮਣ ਆਏ ਹਨ, ਤੁਰਕਾਂ ਦੀ ਫੌਜ ਆਈ ਹੈ, ਘਾਹ ਖਾਏ, ਉਹਨਾਂ ਨੂੰ ਉੱਥੇ ਵਾਰ ਕਰਕੇ ਇਹਨਾਂ ਨੇ ਘਾ ਦਿੱਤਾ ਹੈ, ਮਾਰ ਦਿੱਤਾ ਹੈ। ਵਾਲੇ ਕਟੇ ਜੇ, ਕਹਿੰਦੇ ਸਿੰਘਾਂ ਨੇ ਕਿਰਪਾਨਾਂ ਦੇ ਨਾਲ ਜਿਹੜੇ ਕੱਟ ਦਿੱਤੇ ਤੁਰਕ, ਪੁਰੇ ਜੇ, ਉਹ ਪੁਰਜੇ ਪੁਰਜੇ ਹੋ ਗਏ। ਪੁਰਜਾ ਨਾਮ ਹੈ ਟੋਟੇ ਦਾ। ਪੁਰੇਜੇ ਪੁਰੇਜੇ, ਟੋਟੇ ਟੋਟੇ ਕਰ ਦਿੱਤੇ ਤੁਰਕਾਂ ਦੇ, ਵਜੀਦੇ ਦੇ, ਸਿਪਾਹੀਆਂ ਦੇ, ਗੁਰੂ ਕੇ ਸਿੰਘਾਂ ਨੇ। ਹਰੇ ਬ੍ਰਿੰਦ ਖਾਨਾ, ਇਸ ਤਰ੍ਹਾਂ ਬਹੁਤੇ ਜਿਹੜੇ ਉਹ ਖਾਨ ਪਠਾਨ ਉਹ ਵੀ ਅੱਗੋਂ ਲੜੇ ਹਨ। ਮਡੋ ਜੰਗ ਠਾਨਾ, ਉਹਨਾਂ ਪਠਾਨਾਂ ਨੇ ਵੀ ਵੱਡਾ ਜੰਗ ਠਾਨਿਆ ਹੋਇਆ ਹੈ, ਕਰ ਰਹੇ ਹਨ ਸਿੰਘਾਂ ਦਾ ਮੁਕਾਬਲਾ। ਦੋਹਰਾ ਪੁੰਜ ਪੁੰਜ ਕੋ ਮਾਰ ਕਰ, ਬਹੁਤਿਆਂ ਨੂੰ ਮਾਰ ਕਰਕੇ। ਹਰੇ ਸਿੰਘ ਨਰਵੀਰ, ਇਸ ਤਰ੍ਹਾਂ ਇਹ ਸੂਰਬੀਰ ਬਹਾਦਰ 11 ਸਿੰਘ ਸ਼ਹੀਦੀ ਪਾ ਗਏ ਸਾਧ ਸੰਗਤ ਜੀ। ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਜੀਦ ਖਾਂ ਦੀ ਫੌਜ ਸੀ ਨਾ, ਤੇ ਉਹਨਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਪੁੰਜ ਪੁੰਜ ਕੋ ਮਾਰ ਕਰ, ਪੁੰਜ ਨਾਮ ਹੈ ਬਹੁਤਿਆਂ ਦਾ। ਬਹੁਤਿਆਂ ਨੂੰ ਇੱਕੋ ਸਿੰਘ ਮਾਰ ਕੇ, ਕਈਆਂ ਨੂੰ ਮਾਰ ਕੇ ਤੇ ਫਿਰ ਇਹ 11 ਸਿੰਘਾਂ ਦਾ ਜਥਾ ਨਿਕਲਿਆ ਸੀ ਨਾ ਢਾਬ ਦੇ ਵਿੱਚੋਂ ਬਾਹਰ ਤੁਰਕਾਂ ਦਾ ਮੁਕਾਬਲਾ ਕਰਨ ਵਾਸਤੇ। ਇਹ 11 ਸਿੰਘ ਵੀ ਸ਼ਹੀਦ ਹੋ ਗਏ। ਬਾਕੀ ਕ੍ਰੋਧ ਰਹਿ ਗਏ, ਬਾਕੀ ਕਹਿੰਦੇ ਅੰਦਰ 13 ਕੁ ਸਿੰਘ ਰਹਿ ਗਏ ਹਨ। ਸੋ ਨਿਕਸੇ ਧਰ ਧੀਰ, ਉਹ ਹੁਣ ਧੀਰਜ ਧਾਰਨ ਕਰਕੇ ਨਿਕਲੇ। ਭੁਜੰਗ ਸ਼ੰਕ ਚਲੇ ਵੀਰ ਸੋ, ਬੜੇ ਉਤਸ਼ਾਹੇ। ਹੁਣ ਇਹ 13 ਸਿੰਘ ਜਿੰਨੇ ਰਹਿੰਦੇ ਸੀ ਇਹ ਬਾਹਰ ਨਿਕਲੇ। ਪਹਿਲਾਂ 1, ਫਿਰ 5, ਫਿਰ 10, ਇਸ ਤਰੀਕੇ ਨਾਲ ਫਿਰ 11। ਤਾਂ ਹੁਣ ਇਹ 13 ਜਿਹੜੇ ਹਨ 40 ਦੇ ਵਿੱਚੋਂ ਬਾਕੀ ਸ਼ਹੀਦ ਹੋ ਗਏ ਤੇ ਇਹ 13 ਸਿੰਘ ਹੀ ਰਹਿ ਗਏ। ਬਾਕੀਆਂ ਨੇ ਵਾਰੀ-ਵਾਰੀ ਜੰਗ ਕੀਤਾ ਹੈ, ਉਹ ਸ਼ਹੀਦੀਆਂ ਪਾ ਗਏ ਤੇ ਹੁਣ ਰਹਿ ਗਏ ਆ ਇਹ 13 ਸਿੰਘ। 13 ਇਕੱਠੇ ਹੀ ਨਿਕਲੇ ਆ, ਵੱਡਾ ਹੀ ਭਾਰੀ ਧੀਰਜ ਧਾਰਨ ਕਰਕੇ ਤੇ ਬਹੁਤੇ ਉਤਸ਼ਾਹ ਦੇ ਨਾਲ ਸੂਰਬੀਰ ਚੱਲ ਰਹੇ ਹਨ। ਧਰੇ ਸ਼ਸਤਰ ਸਾਰੇ ਮਹਾ ਜਗ ਮਾਹੇ, ਸਾਰੇ ਹੀ ਹਥਿਆਰ ਇਹਨਾਂ 13 ਸਿੰਘਾਂ ਨੇ ਆਪਣੇ ਸਰੀਰਾਂ ਦੇ ਉੱਤੇ ਧਾਰਨ ਕੀਤੇ ਹੋਏ ਆ। ਜਿੰਨੇ ਵੀ ਇਹਨਾਂ ਕੋਲੇ ਸ਼ਸਤਰ ਸੀ ਉਹ ਸਾਰੇ ਸ਼ਸਤਰ ਧਾਰਨ ਕੀਤੇ ਹੋਏ ਆ। ਮਹਾਨ ਹੀ ਸੂਰਬੀਰ ਆ, ਜੰਗ ਦੇ ਵਿੱਚ ਆ ਗਏ। ਕੱਟੇ ਮਿਆਨ ਦੇ ਕੇ ਗਏ ਹੱਥ ਢਾਲੇ, ਤਾਂ ਉਸ ਵੇਲੇ ਮਿਆਨਾਂ ਚੋਂ ਤੇਗੇ ਕੱਢੇ ਹੋਏ ਆ ਬਾਹਰ, ਤੇਗੇ ਬੇਮਿਆਨੇ ਕੀਤੇ ਹੋਏ ਆ ਤੇ ਹੱਥਾਂ ਦੇ ਵਿੱਚ ਢਾਲੇ ਵੀ ਫੜੇ ਹੋਏ ਹਨ। ਰਾਖੀ ਕਰਨ ਤੇ ਸੁਸ਼ਾਲੇ ਵਸ਼ਾਲੇ, ਇੱਕ ਤੇਗ ਹੁੰਦੀ ਹੈ, ਇੱਕ ਤੇਗਾ ਹੁੰਦਾ ਸਾਧ ਸੰਗਤ ਜੀ। ਇੱਥੇ ਤੇਗੇ ਆਇਆ, ਤੇਗ ਛੋਟੀ ਹੁੰਦੀ ਹੈ ਤੇ ਤੇਗਾ ਵੱਡਾ ਹੁੰਦਾ ਹੈ। ਜਿਵੇਂ ਕਿਰਪਾਨ ਵੱਖਰੀ ਗੱਲ ਹੁੰਦੀ ਹੈ ਤੇ ਖੰਡੇ ਦਾ ਜਿਹੜਾ ਨਮੂਨਾ ਉਹ ਵੱਖਰਾ ਹੁੰਦਾ ਹੈ, ਉਹ 2 ਧਾਰਾ ਹੁੰਦਾ ਹੈ। ਇਸੇ ਤਰ੍ਹਾਂ ਤੇਗ ਤੇ ਤੇਗੇ ਵਿੱਚ ਫਰਕ ਹੈ ਤੇ ਢਾਲ ਤੇ ਢਾਲੇ ਵਿੱਚ ਫਰਕ ਹੈ। ਢਾਲ ਛੋਟੀ ਨੂੰ ਕਹਿ ਦਿੰਦੇ ਆ ਤੇ ਢਾਲਾ ਥੋੜਾ ਜਿਹਾ ਵੱਡਾ ਹੋਵੇ, ਚੌੜਾ ਹੋਵੇ, ਉਹਨੂੰ ਢਾਲਾ ਕਹਿ ਦਿੰਦੇ ਆ। ਇਸ ਤਰ੍ਹਾਂ ਇਹਨਾਂ ਨੇ ਤੇਗੇ ਕੱਢੇ ਹੋਏ ਆ ਤੇ ਢਾਲੇ ਫੜੇ ਹੋਏ ਹਨ। ਤੇ ਉਂਝ ਕਈ ਵਾਰੀ ਸਿੰਘ ਤੇਗ ਨੂੰ ਵੀ ਤੇਗਾ ਕਹਿ ਦਿੰਦੇ ਹਨ ਤੇ ਢਾਲ ਨੂੰ ਵੀ ਢਾਲਾ ਕਹਿ ਦਿੰਦੇ ਹਨ, ਕਿਉਂਕਿ ਖਾਲਸੇ ਦੇ ਬੋਲੇ ਵੱਡੇ ਹੀ ਹੁੰਦੇ ਆ।
ਇਸ ਤਰੀਕੇ ਦੇ ਨਾਲ ਉਹਨਾਂ ਨੇ ਤੇਗਾਂ ਤੇ ਢਾਲਾਂ ਫੜੀਆਂ ਹੋਈਆਂ ਹਨ ਤੇ ਚਲਾਕੀ ਕਰਨ ਤੇ ਸੋ ਛਾਲਾਂ ਉਛਾਲੇ। ਬੜੇ ਕਹਿੰਦੇ ਵੀ ਤੇਜ਼ੀ ਕਰਦੇ, ਚਲਾਕੀ ਕਰਦੇ ਹਨ ਤੇ ਉਛਲ ਉਛਲ ਕੇ ਛਾਲਾਂ ਮਾਰ ਮਾਰ ਕੇ ਪੈਂਦੇ ਹਨ। ਝਟਾਪਟ ਜੁਟੇ ਲਟਾਪਟ ਹੋਏ। ਹੈ ਝਟਪਟ ਕਰਕੇ ਇੱਕ ਦੂਜੇ ਨੂੰ ਲਿਪਟ ਜਾਣਾ, ਗੁੱਥਮ ਗੁੱਥਾ ਹੋ ਜਾਣਾ। ਇਸ ਤਰੀਕੇ ਦੇ ਨਾਲ ਜੰਗ ਕਰ ਰਹੇ ਹਨ। ਭਾਵ ਪੈਂਤੜੇ ਮਾਰ ਮਾਰ ਕੇ ਪੂਰੇ ਜੁਝਾਰੂ ਹਨ ਤੇਗਾਂ ਚਲਾਉਣ ਦੇ ਵਿੱਚ। ਸਟਾਪਟ ਸੁਟੇ ਕਟਾਪਟ ਜੋਏ। ਹਾਂ, ਬਹੁਤ ਛੇਤੀ ਦੇ ਨਾਲ ਉਹਨਾਂ ਨੇ ਤੇਗੇ ਚਲਾ ਕਰਕੇ ਤੇ ਸਟਾਪਟ ਸੁੱਟੇ, ਸੁੱਟ ਦਿੱਤੇ ਹਨ ਤੁਰਕ। ਝਟਕਾ ਕੇ, ਕੱਟ ਕੇ, ਕੁੱਟ ਕੇ, ਵੇਖ ਕਰਕੇ, ਤੇਗੇ ਮਾਰ ਕਰਕੇ। ਚਟਾਪਟ ਕੱਟੇ ਚਟਾਪਟ ਮਾਰੇ। ਹਾਂ, ਕੱਟ ਕੱਟ ਕੇ ਕੱਟ ਦਿੱਤੇ ਹਨ ਤੇ ਝਟਪਟ ਹੀ ਮਾਰ ਦਿੱਤੇ ਹਨ ਬਹੁਤੇ। ਚਟਾਪਟ ਖੋਟੇ ਹਟਾ ਹਟ ਹਾਰੇ। ਤਾਂ ਉਸ ਵੇਲੇ ਜਿਹੜੇ ਖੋਟੇ ਹਨ ਨਾ ਤੁਰਕ, ਉਹ ਖਟਾਪਟ ਕਹੀਏ ਛੇਤੀ ਹੀ ਹਾਰ ਗਏ, ਹਾਰ ਕੇ ਪਿੱਛੇ ਹਟ ਗਏ। ਜਾਂ ਖਟਪਟ ਵਾਲੇ ਭਾਵ ਵੀ ਜਿਹੜੇ ਫਸਾਦ ਕਰਨ ਵਾਲੇ ਸਨ, ਖਟਪਟੀ ਕਰਨ ਵਾਲੇ ਸਨ ਤੁਰਕ, ਫਸਾਦ ਕਰਨ ਵਾਲੇ ਜਿਹੜੇ ਚੜ ਕੇ ਆਏ ਸੀ, ਉਹ ਛੇਤੀ ਦੇ ਨਾਲ ਪਿੱਛੇ ਨੂੰ ਮੋੜ ਦਿੱਤੇ। ਕਹਾਂ ਲੋ ਕਹਾਂ ਸਿੰਘ ਸੂਰੇ ਜੁਝਾਰੇ। ਇਸ ਤਰ੍ਹਾਂ ਕਹਿੰਦੇ ਕਿ ਤੁਰਕਾਂ ਦਾ ਮੂੰਹ ਮੋੜ ਦਿੱਤਾ ਹੈ ਕਿ ਜੁਝਾਰੂ ਸੂਰਬੀਰਾਂ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿੱਥੋਂ ਕਤੀਕ ਕਹਾਂ ਜਿਹੜੇ ਸੂਰਮੇ ਸਿੰਘ ਜੂਝੇ ਆ ਉੱਥੇ। ਇਹ 40 ਸਿੰਘਾਂ ਨੇ, ਭਾਈ ਮਹਾ ਸਿੰਘ ਦੇ ਸਾਥੀਆਂ ਨੇ ਜਿਹੜਾ ਮੁਕਾਬਲਾ ਕੀਤਾ, ਕਿੱਥੋਂ ਕਤੀਕ ਮੈਂ ਕਥਨ ਕਰਕੇ ਦੱਸਾਂ, ਕਿੰਨੀ ਕੁ ਵਿਆਖਿਆ ਕਰਕੇ ਦੱਸਾਂ ਜੋ ਉਹਨਾਂ ਨੇ ਵੀਰ ਰਸ ਦੇ ਵਿੱਚ ਆ ਕਰਕੇ ਜੰਗ ਕੀਤਾ ਹੈ। ਇੱਕ ਪਾਸੇ 40 ਤੇ ਇੱਕ ਪਾਸੇ ਹਜ਼ਾਰਾਂ ਫੌਜ ਖਿਦਰਾਣੇ ਦੀ ਢਾਬ ਤੇ। ਉਂਝ ਸਤਿਗੁਰੂ ਕਲਗੀਧਰ ਪਾਤਸ਼ਾਹ ਵੀ ਇਹਨਾਂ ਦੀ ਮਦਦ ਕਰ ਰਹੇ ਆ। 40 ਦੀ ਉੱਚੀ ਟਿੱਬੀ ਦੇ ਉੱਤੋਂ ਤੀਰ ਚਲਾ ਰਹੇ ਆ ਤੇ ਆਪਣਾ ਬਲ ਵੀ ਇਹਨਾਂ ਨੂੰ ਮਹਾਰਾਜ ਬਖਸ਼ਿਸ਼ ਕਰ ਰਹੇ। ਮਹਾਰਾਜ ਦੇ ਤੀਰਾਂ ਨਾਲ ਵੀ ਕਈ ਪਰੋਤੇ ਗਏ। ਉਹ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਤਾਂ ਕਹਿੰਦੇ ਹਨ ਕਿ ਕਿੱਥੋਂ ਤੀਕ ਬਿਆਨ ਕਰਾਂ ਜੋ ਜੂਝੇ ਹਨ ਸੂਰਬੀਰਾਂ ਨੇ, ਜੋ ਜੰਗ ਕੀਤਾ ਹੈ। ਰਿਪੁ ਸੰਗ ਜੂਝੇ ਪਹੁੰਚੇ ਆਗਾਰੇ। ਇਸ ਤਰ੍ਹਾਂ ਦੁਸ਼ਮਣ ਦੇ ਨਾਲ ਜੂਝਦੇ ਹੋਏ ਇਹ 13 ਸਿੰਘ ਅੱਗੇ ਪਹੁੰਚ ਗਏ। ਖਹੇ ਖਾਨ ਖੂਨੀ ਖੁਰਾਸਾਨ ਖਗਨ। ਉਸ ਵੇਲੇ ਖੂਨੀ ਖਾਨ ਜਿਹੜਾ ਖੁਰਾਸਾਨ ਦੇ ਖੰਡੇ ਲੈ ਸਿੰਘਾਂ ਦੇ ਨਾਲ ਉਹ ਖਏ ਹਨ, ਭਾਵ ਜਿਹੜੇ ਖਾਨ ਹਨ, ਉਹਨਾਂ ਨੇ ਸਿੰਘਾਂ ਦਾ ਮੁਕਾਬਲਾ ਕੀਤਾ ਹੈ ਹੱਥਾਂ ਵਿੱਚ ਖੰਡੇ ਲੈ ਕਰਕੇ। ਮਰੇ ਖਾਨ ਮਰੇ ਜੰਗ ਖੇਤਨ ਵੱਡੇ ਕਾਵ ਲਗਨ। ਉਸ ਵੇਲੇ ਬਹੁਤੇ ਸਿੰਘ ਵੀ ਉੱਥੇ ਸ਼ਹੀਦ ਹੋਏ, ਵੱਡੇ ਜ਼ਖਮ ਲੱਗੇ। ਤਾਂ ਜਿਹੜੇ ਤੁਰਕ ਹਨ, ਖਾਨ ਪਠਾਨ ਹਨ, ਉਹਨਾਂ ਨੂੰ ਵੀ ਵੱਡੇ ਜ਼ਖਮ ਲੱਗੇ। ਅਜੇ ਤਾਲ ਦੂਰੰ ਬਰੇ ਸੈਨ ਮਦਨ। ਇਸ ਤਰ੍ਹਾਂ ਇਹ ਸਿੰਘ ਜੰਗ ਕਰਦਿਆਂ ਕਰਦਿਆਂ, ਫੱਟ ਖਾਂਦਿਆਂ ਹੋਇਆਂ, ਤੁਰਕਾਂ ਨੂੰ ਮਾਰਦਿਆਂ ਹੋਇਆਂ, ਖਿਦਰਾਣੇ ਦਾ ਜਿਹੜਾ ਉਹ ਤਾਲ ਹੈ ਨਾ, ਜਿਹਨੂੰ ਖਿਦਰਾਣੇ ਦਾ ਤਾਲ ਵੀ ਕਹਿ ਦਿੱਤਾ ਤੇ ਖਿਦਰਾਣੇ ਦੀ ਢਾਬ ਵੀ ਕਹਿ ਦਿੱਤਾ, ਨੀਵਾਂ ਥਾਂ ਸੀ ਜਿਹੜਾ ਜਿੱਥੇ ਵਰਖਾ ਰੁੱਤ ਵਿੱਚ ਪਾਣੀ ਇਕੱਠਾ ਹੁੰਦਾ ਸੀ, ਪਰ ਉਹਨਾਂ ਦਿਨਾਂ 'ਚ ਸੁੱਕਾ ਹੋਇਆ ਸੀ। ਕਹਿੰਦੇ ਵੀ ਤਜੇ ਤਾਲ ਦੂਰੰ, ਉਹ ਖਿਦਰਾਣੇ ਨੂੰ ਢਾਬ ਨੂੰ ਛੱਡ ਕਰਕੇ ਦੂਰ ਚਲੇ ਗਏ। ਬਰੇ ਸੈਨ ਮੱਧੰ, ਤੁਰਕਾਂ ਦੀ ਸੈਨ ਦੇ ਮੱਧਨ ਕਹੀਏ ਵਿੱਚ ਜਾ ਕੇ ਵੜ ਗਏ। ਵੱਡੇ ਖਾਨ ਮਾਰੇ ਕਰੇ ਜੁਦ ਕ੍ਰੁਧੰ। ਵੱਡੇ ਵੱਡੇ ਖਾਨ ਪਠਾਨ ਮਾਰ ਦਿੱਤੇ। ਐਸਾ ਕ੍ਰੋਧ ਵਿੱਚ ਆ ਕੇ ਸਿੰਘਾਂ ਨੇ ਯੁੱਧ ਕੀਤਾ, ਐਸਾ ਵੀਰ ਰਸ ਵਿੱਚ ਆ ਕਰਕੇ ਸਿੰਘਾਂ ਨੇ ਯੁੱਧ ਕੀਤਾ ਕਿ ਵੱਡੇ ਵੱਡੇ ਖੱਬੀ ਖਾਨਾਂ ਨੂੰ ਮਾਰ ਦਿੱਤਾ। ਰਣੰਗਦ ਬਿੰਦੰ ਕਖੈ ਮਾਸ ਬੋਲੇ। ਤੇ ਉਸ ਵੇਲੇ ਜਦੋਂ ਬਹੁਤੇ ਤੁਰਕੜੇ ਮਾਰੇ ਗਏ, ਉੱਥੇ ਲੋਥ ਤੇ ਲੋਥ ਚੜਾ ਦਿੱਤੀ ਸਿੰਘਾਂ ਨੇ। ਜੰਗ ਦਾ ਜਿਹੜਾ ਮੈਦਾਨ ਹੈ, ਉੱਥੇ ਮਾਸ ਦੀਆਂ ਬੋਟੀਆਂ ਖਿਲਰੀਆਂ ਪਈਆਂ, ਖੂਨ ਥਾਂ ਥਾਂ ਤੇ ਵਗਿਆ ਪਿਆ, ਲਾਸ਼ਾਂ ਪਈਆਂ ਵਾ। ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ ਹੈ ਖਿਦਰਾਣੇ ਦੀ ਢਾਬ ਦੇ ਲਾਗੇ ਲਾਗੇ। ਤਾਂ ਰਣੰ ਗ੍ਰਿਤ ਬ੍ਰਿਧੰ, ਜੰਗ ਦੇ ਮੈਦਾਨ ਵਾਲੇ ਥਾਂ ਤੇ ਜੋ ਵੱਡੀਆਂ ਵੱਡੀਆਂ ਇੱਲਾਂ ਹਨ, ਉਹ ਮਾਸ ਖਾ ਰਹੀਆਂ। ਵੱਡੀਆਂ ਵੱਡੀਆਂ ਇੱਲਾਂ
ਹੁਣ ਨਹੀਂ ਲੱਭਦੀਆਂ ਆਪਣੇ ਦੇਸ਼ ਤੇ ਦੀਦੀਆਂ ਨਹੀਂ ਕਿਤੇ, ਪਤਾ ਨਹੀਂ ਕਿਸੇ ਟਿਕਾਣੇ ਤੇ ਹੋਣ ਤਾਂ ਹੋਣ ਹੀ। ਆ ਕੁਝ ਸਾਲ ਪਹਿਲਾਂ 15-20 ਸਾਲ ਪਹਿਲੋਂ ਇੱਧਰ ਆਪਣੇ ਇਲਾਕੇ 'ਚ ਵੀ ਬਥੇਰੀਆਂ ਹੁੰਦੀਆਂ ਸੀ। ਕਿਤੇ ਦੁਪਹਿਰੇ ਦੁਪੂਰੇ ਬਾਹਰ ਕਿਤੇ ਮੰਜਾ ਡਾਕ ਕੇ ਬੰਦਾ ਲੰਮਾ ਪਿਆ ਹੋਵੇ ਤੇ ਤਾਂ ਨੂੰ ਨਿਗਾਹ ਜਾਂਦੀ ਸੀ ਨਾ, ਤੇ ਆਕਾਸ਼ ਵਿੱਚ ਘੇਰਾ ਜਿਹਾ ਘੱਟੀ ਉੱਡੀ ਜਾਂਦੀਆਂ ਹੁੰਦੀਆਂ ਸੀ, ਖੰਭ ਇੱਕੇ ਥਾਂ ਟਿਕਾ ਕੇ। ਤੇ ਜਿੱਥੇ ਮੁਰਦਾਰ ਮਰੇ ਪਸ਼ੂ ਪਏ ਹੁੰਦੇ ਸੀ ਪਿੰਡੋਂ ਬਾਹਰ-ਬਾਹਰ, ਉੱਥੇ ਬੜੀਆਂ ਹੁੰਦੀਆਂ ਸੀ। ਮੱਝਾਂ ਗਾਵਾਂ ਦੇ ਕੁਰੰਗ ਮਾਸ ਖਾਂਦੀਆਂ ਹੁੰਦੀਆਂ ਸੀ ਉੱਥੇ ਹੱਡਾਂ ਰੋੜੀਆਂ ਦੇ ਵਿੱਚ। ਤੇ ਤਾਂ ਉੱਤੇ ਦੂਰ ਇਤਿਹਾਸ ਵਿੱਚ ਵੀ ਗਿਲਜ ਦਾ ਬੜਾ ਜ਼ਿਕਰ ਆਉਂਦਾ, ਗੁਰਬਾਣੀ ਦੇ ਵਿੱਚ ਵੀ ਆਇਆ, ਜਿੱਥੇ ਡਿਠਾ ਮਿਰਤਕੋ ਇਲ ਬੈਠੀ ਆਏ। ਜਿੱਥੇ ਉਹਨੂੰ ਮੁਰਦਾਰ ਦਿਸਿਆ, ਇੱਲ ਆ ਕੇ ਉੱਥੇ ਬਹਿੰਦੀ ਹੈ। ਤਾਂ ਉਹ ਵੱਡੀਆਂ ਵੱਡੇ ਦਰਖਤਾਂ ਤੇ ਵੀ ਬੈਠਦੀਆਂ ਹੁੰਦੀਆਂ ਸੀ। ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਵੇਖਦੇ ਰਹੇ ਹਾਂ ਸਾਰਾ। ਪਰ ਹੁਣ ਇੱਥੇ ਆਪਣੇ ਇਲਾਕੇ ਤਾਂ ਕਿਤੇ ਇੱਲ ਦਿਸਦੀ ਨਹੀਂ, ਭਾਲਿਆਂ ਨਹੀਂ ਲੱਭਦੀ, ਪਤਾ ਨਹੀਂ ਮਰ ਗਈਆਂ ਕਿ ਕਿਸੇ ਦੇਸ਼ 'ਚ ਚਲੇ ਗਈਆਂ ਕਿ ਕਿੱਥੇ ਚਲੇ ਗਈਆਂ। ਉਂਝ ਕਾਂ ਦੇ ਵਾਸਤੇ ਤੇ ਗਿਲਜ ਦੇ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਇੱਕ ਦੇਸ਼ ਤੋਂ ਇਹ ਦੂਜੇ ਦੇਸ਼ ਵਿੱਚ ਵੀ ਚਲੇ ਜਾਂਦੇ ਆ। ਨਾਲੇ ਇਹਨਾਂ ਨੂੰ ਕਿਹੜਾ ਕੋਈ ਟਿਕਟ ਕਟਾਉਣੀ ਪੈਣੀ ਜਾਂ ਵੀਜ਼ਾ ਲੈਣਾ ਪੈਣਾ, ਇਹ ਤਾਂ ਇਨਸਾਨ ਵਾਸਤੇ ਹੀ ਹੈ ਨਾ, ਵੀ ਇਹ ਵੀਜ਼ਾ ਲਵੇਗਾ ਤੇ ਤਾਂ ਇੱਥੋਂ ਕੈਨੇਡਾ ਅਮਰੀਕਾ ਜਾਵੇਗਾ ਜਾਂ ਪਾਕਿਸਤਾਨ ਜਾਵੇਗਾ, ਗੁਰੂ ਕੇ ਦਰਸ਼ਨ ਸਥਾਨਾਂ ਦੇ ਦਰਸ਼ਨ ਕਰਨ ਵੀ ਜਾਣੇ, ਉਹ ਵੀ ਹੁਣ ਵੀਜ਼ਾ ਲੈਣਾ ਪੈਂਦਾ। ਤੇ ਬਾਹਰਲੇ ਮੁਲਕਾਂ ਤੀਕ ਵੀ ਬੰਦਾ ਤੇ ਇਸ ਤਰ੍ਹਾਂ ਜਾਵੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ, ਕਾਂ ਦੇ ਵਾਸਤੇ ਤੇ ਗਿਲਜ ਦੇ ਵਾਸਤੇ, ਇੱਲ ਦੇ ਵਾਸਤੇ। ਮਹਾਰਾਜ ਕਹਿੰਦੇ, ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ। ਪੱਥਰ ਜਿਹੜਾ ਵਾ ਅਨੇਕਾਂ ਯੁੱਗ ਬੀਤ ਜਾਂਦੇ, ਇੱਕੇ ਥਾਂ ਤੇ ਪਿਆ ਰਹਿੰਦਾ। ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ, ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਕਾਂ ਅਤੇ ਚੀਲ, ਇੱਲ, ਇਹ ਦੇਸ਼ਾਂ ਦੇਸ਼ਾਂ ਵਿੱਚ ਵਿਚਰਦੀਆਂ। ਜਾਂ ਤੇ ਕਿਤੇ ਇਹਨਾਂ ਨੇ ਵੀ ਦੇਸ਼ ਛੱਡ ਕੇ ਬਾਹਰ, ਜਿਵੇਂ ਲੋਕ ਤੁਰੇ ਜਾਂਦੇ ਨਾ ਬਾਹਰਲੇ ਦੇਸ਼ਾਂ ਨੂੰ, ਇੱਲਾਂ ਵੀ ਲੱਗਦੀਆਂ ਬਾਹਰਲੇ ਦੇਸ਼ਾਂ ਨੂੰ ਚਲੇ ਗਈਆਂ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਇਹ ਚਲੇ ਜਾਂਦੀਆਂ ਵਾ ਬਾਹਰ, ਫਿਰ ਚਲੇ ਗਈਆਂ ਹੋਣੀਆਂ। ਮਰੇ ਦਾ ਤੇ ਕਿਸੇ ਦਾ ਕਰੰਗ ਵੀ ਨਹੀਂ ਲੱਭਿਆ ਇਧਰ, ਵੀ ਕਿਤੇ ਮਰੀ ਕਿਤੇ ਦਿਸੀ ਹੋਵੇ, ਕੋਈ ਨਹੀਂ ਦਿਸਦੀ ਕਿਸੇ ਪਾਸੇ। ਉਂਝ ਬੜੇ ਯਤਨ ਕਈ ਐਸੇ ਲੋਕ ਕਰਦੇ ਹੋ ਵੀ ਦਰਖਤਾਂ ਦੀ ਵੀ ਸਾਂਭ ਸੰਭਾਲ ਕਰਨੀ ਵੀ ਚਾਹੀਦੀ ਹੈ, ਵੀ ਦਰਖਤ ਵੀ ਰਹਿਣ, ਵੱਡੇ ਦਰਖਤ ਵੀ ਰਹਿਣ, ਤਾਂ ਹੀ ਪੰਛੀ ਜਿਹੜੇ ਬਚਣਗੇ। ਵੱਡਿਆਂ ਦਰਖਤਾਂ ਤੇ ਆਲ੍ਹਣੇ ਪਾਉਂਦੇ ਰਹਿੰਦੇ ਹਨ। ਤੋ ਇਸ ਤਰੀਕੇ ਨਾਲ ਇੱਥੇ ਜੇਕਰ ਆਇਆ ਹੈ ਵੀ ਉਸ ਵੇਲੇ ਰਣੰ ਗ੍ਰਿਧ ਬ੍ਰਿਧੰ ਭਖੈ ਮਾਸ ਬੋਲੇ। ਵੱਡੀਆਂ ਜਿਹੜੀਆਂ ਗਿਲਜਾਂ ਹਨ, ਉਹ ਬਹੁਤੀਆਂ ਜੰਗ ਦੇ ਮੈਦਾਨ ਵਿੱਚ ਮਾਸ ਖਾ ਰਹੀਆਂ ਵਾ ਤੇ ਮਾਸ ਖਾ ਕੇ ਬੋਲ ਰਹੀਆਂ ਹਨ। ਤੇ ਕਾਂ, ਦੇਸੀ ਕਾਂ ਤੇ ਪਹਾੜੀ ਕਾਂ, ਉਹ ਵੀ ਮਾਸ ਖਾ ਰਹੇ ਆ ਤੇ ਆਕਾਸ਼ ਦੇ ਵਿੱਚ ਡੋਲ ਰਹੇ ਆ। ਡੋਲਣ ਤੋਂ ਭਾਵ ਆਕਾਸ਼ ਵਿੱਚ ਉੱਡ ਰਹੇ ਆ, ਉਡਾਰੀਆਂ ਲਾ ਰਹੇ। ਜਿਹੜੇ ਆਪਾਂ ਆਮ ਵੇਖਦੇ ਆਪਣੇ ਘਰਾਂ ਦੇ ਵਿੱਚ ਆ ਕੇ ਬਨੇਰਿਆਂ ਤੇ ਬਹਿੰਦੇ ਬੋਲਦੇ ਆ, ਕਾਲੇ ਰੰਗ ਦੇ ਕਾਂ, ਇਹਨਾਂ ਨੂੰ ਆਪਾਂ ਦੇਸੀ ਕਾਂ ਕਹਿ ਦਿੰਦੇ ਆ। ਇੱਕ ਥੋੜਾ ਜਿਹਾ ਉਹ ਜ਼ਿਆਦਾ ਕਾਲਾ ਜਿਹਾ ਨਹੀਂ ਹੁੰਦਾ, ਕਮਾਦਾਂ ਜਿਹਾਂ ਦੇ ਵਿੱਚ ਵੇਖੀਦਾ ਹੈ, ਉਹਨੂੰ ਜੰਗਲੀ ਕਾਂ, ਪਹਾੜੀ ਕਾਂ ਆਖਿਆ। ਥੋੜਾ ਜਿਹਾ ਰੰਗ ਉਹਦਾ ਜ਼ਿਆਦਾ ਕਾਲਾ ਨਹੀਂ ਹੁੰਦਾ ਤੇ ਕਾਲਾ ਜਿਹਾ ਹੀ ਹੈ, ਸੁਰਮੇ ਰੰਗਾ ਜਿਹਾ ਹੁੰਦਾ ਹੈ, ਉਹ ਪਹਾੜੀ ਕਾਂ ਕਹਿ ਦਿੰਦੇ ਉਹਨੂੰ। ਇਸ ਤਰੀਕੇ ਦੇ ਨਾਲ ਇਹ ਕਾਂ ਜਾਂ ਇੱਕ ਚਿੱਟੀ ਜੀ ਚੀਲ, ਉਹਦਾ ਨਾਮ ਹੀ ਕੰਕ ਹੈ। ਤਾਂ ਉਹ ਕਹਿੰਦੇ ਵੀ ਕਾਂ ਦੇਸੀ ਤੇ ਪਹਾੜੀ ਉਹ ਵੀ ਉੱਥੇ ਡੋਲ ਰਹੇ ਹਨ। ਤਾਂ ਕੁਝ ਉਹ ਵੀ ਉਸ ਥਾਂ ਦੇ ਉੱਤੇ ਰੂਹਾਂ ਜੂਨਾਂ ਉੱਥੇ ਵਿਚਰ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਤੱਖ ਨਹੀਂ ਵੇਖਿਆ ਜਾਂਦਾ ਹੈ। ਉਹ ਡਾਕਣੀਆਂ ਵੀ ਉੱਥੇ ਫਿਰ ਰਹੀਆਂ ਹਨ, ਡੈਣਾ, ਡਾਕਣੀਆਂ, ਖੂਨ ਪੀਣ ਵਾਲੀਆਂ। ਭੂਤ ਪ੍ਰੇਤੰ ਬਕੰਤੇ, ਭੂਤ ਤੇ ਪ੍ਰੇਤ ਵੀ ਉੱਥੇ ਵਿਚਰ ਰਹੇ ਹਨ। ਜਿੱਥੇ ਜੰਗ ਹੋਇਆ, ਸਿੰਘਾਂ ਨੇ ਤੁਰਕਾਂ ਦੀ ਫੌਜ ਮਾਰ ਮਕਾਈ ਬਹੁਤੀ,
ਉੱਥੇ ਭੂਤ ਤੇ ਪ੍ਰੇਤ ਵੀ ਵਿਚਰ ਰਹੇ ਹਨ। ਨਚੇ ਜੋਗਣੀ ਸੀਸ ਬਾਲਮ ਖਿਲਾਉਂਦੇ। ਉੱਥੇ 64 ਜੋਗਣੀਆਂ ਨੇ ਵੀ ਨਾਚ ਕੀਤਾ ਕਹਿੰਦੇ। ਉਹਨਾਂ ਨੂੰ ਵੀ ਮਿਲਿਆ ਵਾ ਪਦਾਰਥ ਖੂਨ ਪੀਣ ਵਾਸਤੇ। 64 ਜੋਗਣੀਆਂ ਵੀ ਨੱਚ ਰਹੀਆਂ ਵਾਲ ਖਿਲਾਰ ਕੇ। ਉਂਝ ਜਿਹੜਾ ਨੱਚਦਾ ਵਾਲ ਤੇ ਉਹਦੇ ਖਿਲਰ ਹੀ ਜਾਂਦੇ ਆ। ਉਹ ਨੱਚ ਰਹੀਆਂ ਵਾ ਤੇ ਵਾਲ ਖਿਲਾਰ ਕਰਕੇ ਨੱਚ ਰਹੀਆਂ ਜੋਗਣੀਆਂ। ਕਿਤੇ ਦੂਰ ਲੋ ਜੰਗ ਖੇਤਨ ਵਿਥਾਰੇ। ਕਿੰਨੀ ਦੂਰ ਤੀਕ ਕਹਿੰਦੇ ਵੀ ਇਹ ਜੰਗ ਦਾ ਖੇਤ ਇਹਦਾ ਵਿਸਥਾਰ ਸੀ। ਭਾਵ ਗੁਰੂ ਕੇ ਸਿੰਘਾਂ ਨੇ, ਭਾਈ ਮਹਾ ਸਿੰਘ ਦੇ ਸਾਥੀ ਸਿੰਘਾਂ ਨੇ ਤੁਰਕਾਂ ਦੀ ਫੌਜ ਬੜੀ ਦੂਰ ਦੂਰ ਤੀਕ ਮਾਰ ਦਿੱਤੀ ਹੈ। ਬੁੱਧੀ ਲੋਥ ਜੁਥੰ ਪਗਨ ਹੋਤ ਡਾਰੇ। ਤਾਂ ਉਸ ਵੇਲੇ ਗੁੱਥਮ ਗੁੱਥਾਂ ਹੋ ਰਹੀਆਂ ਵਾ ਜਿਹੜੀਆਂ ਲੋਥਾਂ ਹਨ। ਭਾਵ ਲੋਥ ਤੇ ਲੋਥ ਚੜੀ ਹੋਈ ਹੈ। ਸਮੂਹ ਲੋਥਾਂ ਜਿਹੜੀਆਂ ਉਹ ਗੁੱਸੇ ਹੋ ਰਹੀਆਂ ਹਨ ਤੇ ਪੈਰਾਂ ਦੇ ਨਾਲ ਢੇਰਾਂ ਦੇ ਢੇਰ ਪਏ ਹੋਏ ਆ। ਭਾਵ ਕਈਆਂ ਦੇ ਪੈਰ ਵੱਢੇ ਹੋਏ ਆ। ਉੱਥੇ ਥਾਂ ਥਾਂ ਦੇ ਉੱਤੇ ਢੇਰ ਲੱਗੇ ਹੋਏ ਆ। ਤਾਂ ਲੋਥ ਦੇ ਉੱਤੇ ਲੋਥ ਚੜੀ ਹੋਈ ਹੈ। ਗੁੱਥਮ ਗੁੱਥਾਂ ਕਹਿੰਦੇ ਵੀ ਲੋਥ ਤੇ ਲੋਥ ਚੜੀ ਹੋਈ ਹੈ। ਸੁਰੰਗ ਸਿੰਘਾਂ ਕੋ ਜੋਤ ਸੁਦਮ। ਕਹਿੰਦੇ ਉਸ ਵੇਲੇ ਸਿੰਘਾਂ ਦਾ ਜਦੋਂ ਯੁੱਧ ਵੇਖਿਆ ਨਾ ਦੇਵਤਿਆਂ ਨੂੰ ਜਦੋਂ ਇਹ ਖਬਰ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਭਾਈ ਮਹਾ ਸਿੰਘ ਦੇ ਸਾਥੀ ਵਜੀਦੇ ਦੀ ਫੌਜ ਦੇ ਨਾਲ ਯੁੱਧ ਕਰ ਰਹੇ ਆ ਖਿਦਰਾਣੇ ਦੀ ਢਾਬ ਤੇ, ਤਾਂ ਦੇਵਤੇ ਵੀ ਆਏ ਆ ਇਹ ਸਿੰਘਾਂ ਦਾ ਯੁੱਧ ਵੇਖਣ ਵਾਸਤੇ। ਆਕਾਸ਼ ਵਿੱਚ ਦੇਵਤੇ ਵੀ ਤੁਰੇ ਫਿਰਦੇ ਆ ਆਪੋ ਆਪਣੇ ਬਿਬਾਨ ਲੈ ਕੇ, ਤੇ ਉਹ ਸਿੰਘਾਂ ਦਾ ਯੁੱਧ ਵੇਖ ਵੇਖ ਕੇ ਵੀ ਇੰਨਾ ਘਮਸਾਣ ਦਾ ਯੁੱਧ ਕੀਤਾ ਸਿੰਘਾਂ ਨੇ। ਇੱਕ ਇੱਕ ਸਿੰਘ ਨੇ ਕਈਆਂ ਪਠਾਣਾਂ ਨੂੰ ਮਾਰ ਦਿੱਤਾ, ਕਈਆਂ ਤੁਰਕਾਂ ਨੂੰ ਮਾਰ ਮੁਕਾਇਆ। ਤੇ ਦੇਵਤੇ ਆਕਾਸ਼ ਵਿੱਚ ਵਿਚਰਦੇ ਹੋਏ ਨਾਲੇ ਜੰਗ ਯੁੱਧ ਵੇਖ ਰਹੇ ਤੇ ਨਾਲੇ ਮੁਖ ਤੋਂ ਕਹਿ ਰਹੇ ਆ ਵੀ ਧੰਨ ਗੁਰੂ ਕੇ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ, ਧੰਨ ਭਾਈ ਮਹਾ ਸਿੰਘ ਜੀ, ਧੰਨ ਭਾਈ ਸ਼ਮੀਰ ਸਿੰਘ ਜੀ, ਧੰਨ ਭਾਈ ਸਰਜਾ ਸਿੰਘ ਜੀ, ਧੰਨ ਭਾਈ ਸਾਧੂ ਸਿੰਘ ਜੀ। ਇਹ ਉਹਨਾਂ ਸਿੰਘਾਂ ਦੇ ਨਾਮ ਇਤਿਹਾਸ ਵਿੱਚ ਆਏ। ਭਾਈ ਸ਼ਮੀਰ ਸਿੰਘ, ਭਾਈ ਸਰਜਾ ਸਿੰਘ, ਭਾਈ ਸਾਧੂ ਸਿੰਘ, ਭਾਈ ਸੁਹੇਲ ਸਿੰਘ, ਭਾਈ ਸੰਤ ਸਿੰਘ, ਭਾਈ ਸੋਭਾ ਸਿੰਘ ਆਦਿਕ ਨਾਮ 40 ਸਿੰਘਾਂ ਦੇ। ਤਾਂ ਉਹਨਾਂ ਦਾ ਯੁੱਧ ਵੇਖ ਕਰਕੇ ਦੇਵਤੇ ਧੰਨ ਧੰਨ ਕਰਦੇ ਹਨ। ਮਰੇ ਵੀਰ 40 ਮਹਾਯੁਧ ਕੈ। ਇਸ ਤਰ੍ਹਾਂ ਕਹਿੰਦੇ ਵੀ ਇਹ 40 ਜਿਹੜੇ ਸਿੰਘ ਵਣਾ ਉਹਨਾਂ ਨੇ ਮਹਾਨ ਹੀ ਜੂਝ ਕੇ ਆਪਣਾ ਓਜ ਕਹਿੰਦੇ ਬਲ ਨੂੰ ਬਹੁਤ ਵੱਡੀ ਤਾਕਤ ਲਾ ਕੇ ਨਾ ਇੱਥੇ ਯੁੱਧ ਕੀਤਾ ਵਾ। ਬਹੁਤ ਵੱਡਾ ਬਲ ਲਾ ਕੇ ਉਹਨਾਂ 40 ਨੇ ਯੁੱਧ ਕੀਤਾ ਵਾ ਤੇ ਫਿਰ ਸ਼ਹੀਦੀਆਂ ਪਾਈਆਂ। 40 ਦੇ 40 ਸ਼ਹੀਦ ਹੋਏ ਹਨ। ਗੁਰੂ ਧਿਆਨ ਧਾਰੇ ਤਜੇ ਪ੍ਰਾਨ ਕਹਿ। ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰਦਿਆਂ ਹੋਇਆਂ ਇਹਨਾਂ 40 ਸਿੰਘਾਂ ਨੇ ਜੰਗ ਕਰਦਿਆਂ ਹੋਇਆਂ ਅਨੇਕਾਂ ਫੱਟ ਆਪਣੇ ਸਰੀਰ ਤੇ ਝੱਲ ਕੇ ਪੁਰਜਾ ਕੱਟ ਕੇ ਇਹ ਸ਼ਹੀਦ ਹੋਏ ਆ। ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। 40 ਦੇ 40 ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਦੋਹਰਾ ਤੁਰਕ ਹਜ਼ਾਰਾਂ ਲੜ ਮਾਰੇ। ਹਾਂਜੀ, ਬਹੁਤੇ ਹੱਥੇ ਤੁਰੰਗ। ਇਸ ਤਰ੍ਹਾਂ 40 ਸਿੰਘਾਂ ਨੇ ਹਜ਼ਾਰਾਂ ਤੁਰਕਾਂ ਨੂੰ ਮਾਰ ਦਿੱਤਾ ਸਾਧ ਸੰਗਤ, ਤੇ ਬਹੁਤੇ ਘੋੜੇ ਵੀ ਮਾਰੇ ਗਏ। ਇਸ ਜੰਗ ਦੇ ਵਿੱਚ ਤੁਰਕਾਂ ਦੇ ਬਹੁਤੇ ਘੋੜੇ ਵੀ ਮਾਰੇ ਗਏ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਆਉਂਦੇ ਸੀ ਉਹਨਾਂ ਦੇ ਨਾਲ ਕਈ ਸਿਪਾਹੀ ਇਹਨਾਂ ਦੇ ਮਾਰੇ ਤੇ ਕਈ ਇਹਨਾਂ ਦੇ ਘੋੜੇ ਵੀ ਮਾਰੇ ਗਏ। ਇਹ ਸਿੰਘਾਂ ਦੇ ਜੰਗ ਕਰਦਿਆਂ ਵੀ ਇਹਨਾਂ ਦੀਆਂ ਗੋਲੀਆਂ ਦੇ ਨਾਲ ਵੀ ਜਿੱਥੇ ਹਜ਼ਾਰਾਂ ਤੁਰਕੜੇ ਮਾਰੇ ਗਏ ਆ ਉੱਥੇ ਬਹੁਤੀ ਵੱਡੀ ਗਿਣਤੀ ਵਿੱਚ ਘੋੜੇ ਵੀ ਮਾਰੇ ਗਏ। ਭਇਓ ਜੰਗ ਪੂਰਨ ਤਬ ਸਰੋਤਾ ਸੁਣੋ ਪ੍ਰਸੰਗ। ਕਹਿੰਦੇ ਇਸ ਤਰ੍ਹਾਂ ਇਹ 40 ਸਿੰਘਾਂ ਨੇ ਵਜੀਦ ਖਾਂ ਸਰਹੰਦ ਦੇ ਸੂਬੇ ਦੀ ਹਜ਼ਾਰਾਂ ਫੌਜ ਨੂੰ ਮਾਰ ਕਰਕੇ 40 ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਇੱਥੇ ਜੰਗ ਦਾ ਪ੍ਰਸੰਗ ਸੰਪੂਰਨ ਹੋਇਆ ਹੈ। ਇਹ ਸਰੋਤਾ ਜਾਣੋ ਸੁਣਨਾ ਕਰੋ। ਤੇ ਇਹ ਜਿਹੜਾ ਬਦਾਵਾ ਕਿਵੇਂ ਪਾੜਿਆ ਉਹ ਅਗਲੇ ਪ੍ਰਸੰਗ ਵਿੱਚ ਦੱਸਣਗੇ। ਇੱਥੋਂ ਤੀਕ ਇਹਨਾਂ ਨੇ ਦੱਸ ਦਿੱਤਾ ਵੀ 40 ਨੇ ਜੂਝ ਕਰਕੇ ਸ਼ਹੀਦੀ ਪ੍ਰਾਪਤ ਕੀਤੀ, ਵੀ 40 ਦੇ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਰਿਹਾ। ਭਾਈ ਮਹਾ ਸਿੰਘ ਸਮੇਤ 40 ਦੇ 40 ਸ਼ਹੀਦ ਹੋਏ ਹਨ।
ਅੱਗੇ ਸਾਰਾ ਖੁਲਾਸਾ ਕਰਨਗੇ। ਜਿਸ ਵੇਲੇ ਕਲਗੀਧਰ ਪਾਤਸ਼ਾਹ ਇੱਥੇ ਆਉਂਦੇ ਆ, ਜਦੋਂ ਬਖਸ਼ਿਸ਼ਾਂ ਕਰਦੇ ਆ, ਉਹਦੇ ਵਿੱਚ ਦੱਸਣਗੇ ਵੀ 40 ਚੋਂ ਇੱਕ ਸਹਿਕਦਾ ਸੀ ਹਾਲੇ ਭਾਈ ਮਹਾ ਸਿੰਘ। ਉਹ ਅੱਗੇ ਜਾ ਕੇ ਪ੍ਰਸੰਗ ਵਿੱਚ ਆਵੇਗਾ। ਇੱਥੇ ਅਧਿਆਏ ਦੀ ਸਮਾਪਤੀ ਹੋਈ ਹੈ, ਅੱਗੇ ਖੁਲਾਸਾ ਕਰਨਗੇ। ਦੋਹਰਾ ਇੱਕ ਮਾਈ ਭਗਵਤੀ 40 ਸਿੰਘ ਮਝਾਰ। ਇੱਕ ਮਾਈ ਭਾਗੋ ਸੀ ਇਹਨਾਂ 40 ਸਿੰਘਾਂ ਦੇ ਵਿੱਚ। ਇਹ 41ਵੀਂ ਸੀ ਮਾਈ, 40 ਸਿੰਘ ਸੀ ਤੇ 41ਵੀਂ ਇਹ ਮਾਈ ਸੀ, ਮਾਈ ਭਾਗੋ। ਇੱਥੇ ਤਾਂ ਇਹੀ ਜ਼ਿਕਰ ਆਇਆ। ਕਈਆਂ ਗੁਰਮੁਖਾਂ ਨੇ ਮਾਈ ਭਾਗੋ ਦਾ ਨਾਮ ਮਾਈ ਭਾਗ ਕੌਰ ਲਿਖਿਆ ਹੈ, ਕਿਉਂਕਿ ਕਈ ਵਾਰੀ ਇਤਿਹਾਸ ਵਿੱਚ ਪਹਿਲਾ ਨਾਮ ਵੀ ਆ ਜਾਂਦਾ ਹੈ, ਦੋਵੇਂ ਨਾਮ। ਜਿਵੇਂ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਆਉਂਦਾ ਇਤਿਹਾਸ ਦੇ ਵਿੱਚ, ਪਰ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਮਾਤਾ ਗੁਜਰ ਕੌਰ ਹੋਇਆ। ਇਸੇ ਤਰ੍ਹਾਂ ਮਾਈ ਭਾਗੋ ਦਾ ਨਾਮ ਅੰਮ੍ਰਿਤ ਛਕ ਕੇ ਮਾਈ ਭਾਗ ਕੌਰ ਹੋਇਆ ਸਾਧ ਸੰਗਤ। ਔਰ ਇਹ ਜਿਹੜਾ ਝਬਾਲ ਦਾ ਚੌਧਰੀ ਹੈ ਨਾ, ਭਾਈ ਲੰਗਾ, ਭਾਈ ਲੰਗਾ ਦਾ ਭਰਾ ਹੈ ਭਾਈ ਪੈਰੋ ਸ਼ਾਹ। ਭਾਈ ਪੈਰੋ ਸ਼ਾਹ ਦੀ ਸੁਪੁੱਤਰੀ ਸੀ ਮਾਈ ਭਾਗ ਕੌਰ। ਤਾਂ ਕਹਿੰਦੇ ਵੀ ਇਹਨਾਂ 40 ਦੇ ਵਿੱਚ ਇੱਕ 41ਵੀਂ ਮਾਈ ਭਾਗ ਕੌਰ ਹੈ ਸੀ। ਇਸ ਮਾਈ ਨੇ ਵੀ ਬੜਾ ਚੜ੍ਹਦੀ ਕਲਾ ਨਾਲ ਇੱਥੇ ਯੁੱਧ ਕੀਤਾ ਵਾ। ਹੱਥ ਵਿੱਚ ਬਰਸ਼ਾ ਸੀ ਮਾਈ ਦੇ ਉਸ ਵੇਲੇ, ਤਿੱਖਾ ਬਰਸ਼ਾ, ਤੇ ਬਰਸ਼ੇ ਨਾਲੇ ਕਈਆਂ ਦੀਆਂ ਛਾਤੀਆਂ ਪੁਰੋਈਆਂ ਮਾਈ ਭਾਗ ਕੌਰ ਨੇ। ਤੁਰਕ ਹਤਿਓ ਖਰ ਸਾਂਗ, ਤੇ ਖਰ ਕਹੀਏ ਤਿੱਖੇ, ਸਾਂਗ ਨਾਮ ਬਰਸ਼ੇ ਦਾ, ਬਰਸ਼ੀ ਵੀ ਕਹਿ ਦਿੰਦੇ ਆ। ਤਾਂ ਗੇਰਿਓ ਧਰਾ ਮਝਾਰ, ਤੁਰਕਾਂ ਨੂੰ ਇਹਨੇ ਮਾਰ ਮਾਰ ਕੇ ਧਰਤੀ ਤੇ ਸੁੱਟ ਦਿੱਤਾ। ਚੌਪਈ ਸਤਿਗੁਰ ਸਵਾ ਕੋ ਸਰਹਿ ਖਰੇ। ਜਿੱਥੇ ਜੰਗ ਹੋਇਆ ਨਾ ਖਦਰਾਣੇ ਦੀ ਢਾਬ ਤੇ, ਇਹਦੇ ਤੋਂ ਸਵਾ ਕੋਹ ਦੀ ਦੂਰੀ ਤੇ ਉਹ ਟਿੱਬੀ ਸੀ, ਜਿੱਥੇ ਅੱਜ ਕੱਲ ਗੁਰਦੁਆਰਾ ਟਿੱਬੀ ਸਾਹਿਬ ਸੋਭਾ ਪਾਉਂਦਾ। ਉਸ ਟਿੱਬੀ ਦੇ ਉੱਤੇ ਖਲੋਤੇ ਹੋਏ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਵੀ ਜੀ ਕਹਿੰਦੇ ਅੱਜ ਤੀਕ ਵੀ ਉਹ ਟਿੱਬੀ ਉੱਚੀ ਆ। ਜਦੋਂ ਇਤਿਹਾਸ ਲਿਖਿਆ ਤੇ ਹੁਣ ਵੀ ਉਹ ਉੱਚਾ ਹੀ ਆ ਸਥਾਨ। ਕਹਿੰਦੇ ਵੀ ਅੱਜ ਤੀਕ ਵੀ ਉਹ ਜਿਹੜੇ ਨਿਸ਼ਾਨੀਆਂ ਉਸੇ ਤਰ੍ਹਾਂ ਉਹ ਟਿੱਬੀ ਦੀਆਂ ਉੱਚੀਆਂ ਵਾ। ਉੱਚੇ ਥਾਂ ਤੇ ਉਹ ਟਿੱਬੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਉੱਥੋਂ ਮਹਾਰਾਜ ਨੇ ਆਪਣੇ ਕਮਾਨ ਦੇ ਵਿੱਚ ਤਿੱਖੇ ਤਿੱਖੇ ਤੀਰ ਰੱਖੇ। ਫਿਰ ਮਹਾਰਾਜ ਨੇ ਆਪਣੀ ਮੁੱਠ ਦੇ ਨਾਲ, ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਧਨਕਦੀ ਤੰਦੀ ਖਿੱਚ ਕਰਕੇ ਤਾਣੀ। ਜਦੋਂ ਸਤਿਗੁਰੂ ਜੀ ਨੇ ਉੱਥੋਂ ਤੀਰ ਚਲਾਏ ਤੇ ਬੜੀ ਭਿਆਨਕ ਆਵਾਜ਼ ਹੋਈ, ਬੜਾ ਭਿਆਨਕ ਸ਼ਬਦ ਹੋਇਆ। ਸਤਿਗੁਰੂ ਜੀ ਦਾ ਤੀਰ ਆਇਆ ਵਜੀਦੇ ਦੀ ਫੌਜ ਵੱਲੇ। ਉਸ ਮੌਕੇ ਦੇ ਉੱਤੇ ਕਹਿੰਦੇ ਵੀ ਪ੍ਰਿਥਵੀ ਤੇ ਉੱਤੇ ਬਹੁਤਾ ਭਿਆਨਕ ਇਹ ਭੂੰ ਭੂੰ ਕਰਦਾ ਹੋਇਆ ਸ਼ਬਦ ਹੋਇਆ। ਇਸ ਤਰ੍ਹਾਂ ਦੀ ਆਵਾਜ਼ ਆਈ ਹੈ। ਜਦੋਂ ਮਹਾਰਾਜ ਦਾ ਤੀਰ ਆਇਆ ਨਾ ਉੱਚੀ ਟਿੱਬੀ ਤੋਂ, ਤੇ ਬੜੀ ਡਰਾਉਣੀ ਆਵਾਜ਼ ਆਈ ਹੈ। ਇਸ ਤਰ੍ਹਾਂ ਤੀਰ ਛੱਡਿਆ ਮਹਾਰਾਜ ਸਾਹਿਬ ਜੀ ਨੇ, ਤੇ ਸਾਰੇ ਹੀ ਤੁਰਕ ਜਿੰਨੇ ਹਨ ਉਹ ਇਹ ਆਵਾਜ਼ ਸੁਣ ਕਰਕੇ ਹੈਰਾਨ ਹੋ ਗਏ ਵੀ ਇਹ ਕਿਸ ਤਰ੍ਹਾਂ ਦੀ ਆਵਾਜ਼ ਆਈ ਹੋਈ ਹੈ, ਜਿਵੇਂ ਭੁਚਾਲ ਜਿਹਾ ਆਉਂਦਾ ਹੈ। ਹੋਰ ਹੀ ਤਰ੍ਹਾਂ ਦੀ ਭੂੰ ਭੂੰ ਕਰਦੀ ਆਵਾਜ਼ ਆਈ ਹੈ। ਤੇ ਸਾਰੇ ਤੁਰਕ ਜਿਹੜੇ ਉਹ ਹੈਰਾਨ ਹੋ ਗਏ। ਉਹ ਕਹਿੰਦੇ ਵੀ ਸਮਝਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ ਇਹ ਕਿਸ ਤਰ੍ਹਾਂ ਦੀ ਆਵਾਜ਼ ਹੈ। ਵੀ ਹੁਣ ਸਿੰਘ ਤਾਂ ਕੋਈ ਅੱਗੇ ਹੈ ਨਹੀਂ, ਸਿੰਘ ਤਾਂ ਅਸੀਂ ਸਾਰੇ ਮਾਰ ਦਿੱਤੇ ਆ, ਖਤਮ ਕਰ ਦਿੱਤੇ। ਉਹ ਸਮਝਦੇ ਸੀ ਵੀ ਇਹੋ ਹੀ 40 ਸਿੰਘ। ਮੁਕਾਬਲਾ ਤੇ ਇਹਨਾਂ ਨੇ ਕੀਤਾ। ਉਥੋਂ ਤਾਂ ਸਤਿਗੁਰਾਂ ਦੇ ਤੀਰ ਹੀ ਆ ਰਹੇ ਸੀ, ਤੇ ਮਹਾਰਾਜ ਦੇ ਨਾਲ 1400 ਸਿੰਘ ਸੀ ਉੱਥੇ ਉੱਚੀ ਟਿੱਬੀ ਤੇ, ਬੈਰਾੜ ਸਿੱਖ। ਤੇ ਤੁਰਕ ਆਪਸ ਵਿੱਚ ਖਿਆਲ ਕਰਦੇ ਆ ਵੀ ਸਿੰਘ ਤਾਂ ਅੱਗੇ ਕੋਈ ਹੈ ਨਹੀਂ। ਇਹ ਭੁਲੇਖੇ ਵਿੱਚ ਇਹ ਸਮਝਦੇ ਆ ਵੀ ਇਹ ਜਿਹੜੇ ਸਿੰਘ ਅਸੀਂ ਸ਼ਹੀਦ ਕੀਤੇ ਆ ਨਾ, ਇਹਨਾਂ ਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਾਰ ਲਿਆ, ਅਸੀਂ ਸ਼ਹੀਦ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ, ਵੀ ਅਸੀਂ ਤਾਂ ਗੁਰੂ ਨੂੰ ਵੀ ਇੱਥੇ ਖਤਮ ਕਰ ਦਿੱਤਾ ਹੈ। ਵੀ ਇਹ ਜਿੰਨੇ ਸਿੰਘ ਸੀ ਸਾਡੇ ਨਾਲ ਮੁਕਾਬਲਾ ਕਰਦੇ ਹੁਣ ਧਰਤੀ ਤੇ ਪਏ ਹੋਏ ਆ ਪੈਰ ਪਸਾਰ ਕੇ।
ਵਜੀਦਾ ਕਹਿ ਰਿਹਾ ਵਾ ਵੀ ਗੁਰੂ ਗੋਬਿੰਦ ਸਿੰਘ ਦਾ ਸਰੀਰ ਲੱਭੋ। ਇਹਨਾਂ ਦੇ ਵਿੱਚ ਹੀ ਆ ਜਿੰਨੇ ਸਿੰਘ ਇੱਥੇ ਆਪਾਂ ਮਾਰੇ ਆ ਨਾ, ਇਹਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਦਾ ਸਰੀਰ। ਆਪਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਮਾਰ ਦਿੱਤਾ ਹੈ। ਲੱਭੋ ਸਰੀਰ ਲੱਭੋ, ਗੁਰੂ ਗੋਬਿੰਦ ਸਿੰਘ ਜੀ ਦਾ ਲੱਭਦੇ ਫਿਰਦੇ ਹਨ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਆਪਾਂ ਔਰੰਗਜ਼ੇਬ ਕੋਲੇ ਭੇਜਣਾ ਹੈ। ਔਰੰਗਜ਼ੇਬ ਵੇਖੇਗਾ। ਹੋਏ ਪ੍ਰਸੰਨ ਮੋਹਿ ਪਰਕਨੋ। ਸਰਹੰਦ ਦਾ ਸੂਬਾ ਵਜੀਦ ਖਾਂ ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਰੀਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਕੋਲੇ ਭੇਜਿਆ ਗਿਆ ਤੇ ਮੇਰੇ ਤੇ ਉਹਨੇ ਬੜਾ ਖੁਸ਼ ਹੋ ਜਾਣਾ ਹੈ। ਉਹਨੇ ਕਹਿਣਾ ਵੀ ਸਰਹੰਦ ਦੇ ਸੂਬੇ ਨੇ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਨੂੰ। ਬਾਕੀ ਸਾਰੇ ਜਿੰਨੇ 22 ਸੂਬੇ ਸੀ ਉਹ ਮੁਕਾਬਲਾ ਕਰ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਥੱਕ ਗਏ। ਨਹੀਂ ਫੜਿਆ ਗਿਆ ਗੁਰੂ ਗੋਬਿੰਦ ਸਿੰਘ, ਨਹੀਂ ਜੰਗ ਦੇ ਵਿੱਚ ਮਾਰਿਆ ਗਿਆ ਗੁਰੂ ਗੋਬਿੰਦ ਸਿੰਘ। ਤੇ ਕਹਿੰਦਾ ਮੇਰੇ ਤੇ ਖੁਸ਼ ਹੋ ਜਾਵੇਗਾ ਵੀ ਇਹ ਕੰਮ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਕਰ ਦਿੱਤਾ। ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਮੇਰੇ ਤੇ ਬਹੁਤਾ ਜ਼ਿਆਦਾ ਖੁਸ਼ ਹੋਵੇਗਾ। ਜਿਸ ਕੋ ਨਿਤ ਹੈ ਗ੍ਰਹਿਣ ਕੀ ਹਨੋ। ਜਿਸ ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨਿਤ ਚਾਹੁੰਦਾ ਵਾ ਵੀ ਜਾਂ ਗੁਰੂ ਗੋਬਿੰਦ ਸਿੰਘ ਫੜਿਆ ਜਾਵੇ ਤੇ ਜਾਂ ਜੰਗ ਵਿੱਚ ਮਾਰਿਆ ਜਾਵੇ। ਇੱਕ ਕੰਮ ਹੋ ਜਾਵੇ ਦੋਵਾਂ ਚੋਂ, ਜਾਂ ਜੰਗ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਕੀਤਾ ਜਾਵੇ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲੇ ਲਿਆਂਦਾ ਜਾਵੇ। ਨਿਜ ਲੋਕ ਨੂੰ ਸੰਪਤ ਸੁਣਾਈ। ਇਸ ਤਰ੍ਹਾਂ ਸਰਹੰਦ ਦੇ ਸੂਬੇ ਵਜੀਦ ਖਾਂ ਨੇ ਆਪਣੇ ਲੋਕਾਂ ਦੇ ਨਾਲ, ਜਰਨੈਲਾਂ ਨਾਲ, ਸਿਪਾਹੀਆਂ ਨਾਲ ਇਹ ਗੱਲ ਆ ਕੇ ਸੁਣਾਈ। ਗੁਰਤੀ ਲੰਗੋ ਬਹੁ ਰਖਾਈ। ਕਹਿੰਦਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਵੀ ਲੜਿਆ ਵੇਖਿਆ ਗਿਆ। ਉਂਝ ਹੀ ਅੰਦਾਜ਼ਾ ਲਾਈ ਜਾਂਦੇ। ਕਹਿੰਦੇ ਵੀ ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਵੀ ਲੜ ਰਹੇ ਸਨ। ਜੇ ਕਰ ਖੋਜ ਲੋਕ ਕਰ ਲੈ ਹਾਂ। ਤੇ ਇਹਨਾਂ ਦੀ ਫੌਜ ਜਿਆਦੀ ਮਾਰੀ ਗਈ ਸੀ, ਸਿੰਘ ਤਾਂ 40 ਸ਼ਹੀਦ ਹੋਏ ਸਾਧ ਸੰਗਤ। ਇਹ ਤੁਰਕਾਂ ਦੀ ਹਜ਼ਾਰਾਂ ਗਿਣਤੀ ਦੇ ਵਿੱਚ ਫੌਜ ਇੱਥੇ ਮਾਰੀ ਗਈ ਤੇ ਥਾਂ ਥਾਂ ਤੇ ਇਹਨਾਂ ਦੀਆਂ ਲੋਥਾਂ ਖਿਲਰੀਆਂ ਪਈਆਂ। ਸਿੰਘਾਂ ਦੇ ਤਾਂ ਸਰੀਰ ਹੀ 40 ਆ। 41ਵੀਂ ਮਾਈ ਭਾਗ ਕੌਰ। ਤੇ ਵਜੀਦਾ ਕਹਿੰਦਾ ਵਾ ਵੀ ਹੁਣ ਜਿੰਨੀਆਂ ਇੱਥੇ ਲੋਥਾਂ ਖਿਲਰੀਆਂ ਇਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਸਰੀਰ ਲੱਭੋ। ਤੇ ਬਹੁਤੇ ਜ਼ਿਆਦੇ ਤੁਰਕ ਮਾਰੇ ਹੋਏ ਸਨ। ਹਜ਼ਰਤ ਕੀ ਪ੍ਰਸੰਨਤਾ ਪੈ ਹਾਂ। ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦਾ ਸਰੀਰ ਜਦੋਂ ਆਪਾਂ ਭੇਜਾਂਗੇ ਤੇ ਬਾਦਸ਼ਾਹ ਦੀ ਖੁਸ਼ੀ ਮਿਲ ਜਾਵੇਗੀ। ਇਨਕੇ ਸਾਥ ਕਪੂਰੇ ਕਾਖਿਓ। ਇਹ ਤਾਂ ਆਪਣੇ ਜਰਨੈਲਾਂ ਨੂੰ, ਆਪਣੇ ਫੌਜੀਆਂ ਨੂੰ ਗੱਲ ਆਖੀ ਹੈ ਸਰਹੰਦ ਦੇ ਸੂਬੇ ਨੇ। ਇੰਨੀ ਗੱਲ ਕਰਕੇ ਤੇ ਕੋਟ ਕਪੂਰੇ ਦੇ ਚੌਧਰੀ ਕਪੂਰੇ ਨੂੰ ਕਹਿਣ ਲੱਗਾ, ਜਲ ਮਨਾਏ ਹੋ ਸੁਭਜਨ ਕਾਖਿਓ। ਕਹਿੰਦਾ ਵੀ ਮੇਰੇ ਸਿਪਾਹੀਆਂ ਨੂੰ ਪਿਆਸ ਲੱਗ ਗਈ ਬਹੁਤ ਜੰਗ ਕਰਦਿਆਂ ਕਰਦਿਆਂ। ਤੇ ਕਪੂਰਿਆ ਦੱਸ, ਚੌਧਰੀ ਦੱਸ ਪਾਣੀ ਕਿੱਥੇ ਮਿਲੇਗਾ। ਮੇਰੇ ਸਿਪਾਹੀ ਪਾਣੀ ਦੀ ਇੱਛਾ ਕਰ ਰਹੇ ਆ ਕਿਉਂਕਿ ਵਿਸਾਖ ਦਾ ਮਹੀਨਾ ਸੀ। 21 ਵਿਸਾਖ ਨੂੰ ਜੰਗ ਹੋਇਆ ਸਾਧ ਸੰਗਤ। 1762 ਬਿਕਰਮੀ ਸੰਮਤ 21 ਵਿਸਾਖ ਨੂੰ ਜੰਗ ਹੋਇਆ ਔਰ ਈਸਵੀ ਸਨ 1705 ਬਣਦਾ ਹੈ। 1705 ਈਸਵੀ 1762 ਬਿਕਰਮੀ ਸੰਮਤ। ਤੇ ਵਿਸਾਖ ਦੇ ਮਹੀਨੇ ਚੱਤ ਦੀ ਗਰਮੀ ਹੁੰਦੀ ਆਪਾਂ ਜਾਣਦੇ ਹਾਂ। ਤੇ ਉਸ ਵੇਲੇ ਕਪੂਰੇ ਨੂੰ ਪੁੱਛਦਾ ਹੈ ਵੀ ਦੱਸ ਕਪੂਰਿਆ ਪਾਣੀ ਕਿੱਥੇ ਮਿਲੇਗਾ। ਜਬ ਕੇ ਕੰਡੇ ਨਾ ਮਿਲਹੂੰ ਨੀਨੋ। ਜਦੋਂ ਤੋਂ ਚੜ੍ਹਾਈ ਕਰਕੇ ਇਧਰ ਆਏ ਆ ਮਾਲਵੇ ਵਾਲੇ ਪਾਸੇ ਇਧਰ, ਤੇ ਮੇਰੇ ਸਿਪਾਹੀਆਂ ਨੇ, ਮੇਰੀ ਫੌਜ ਨੇ ਪਾਣੀ ਨਹੀਂ ਕਿਤੋਂ ਵੀ ਪ੍ਰਾਪਤ ਕੀਤਾ। ਇੰਨੇ ਦਿਨ ਬੀਤ ਗਏ ਪਾਣੀ ਨਹੀਂ ਪੀਤਾ ਹੈ। ਹੱਥ ਜੋੜ ਕੇ ਕਪੂਰਾ ਚੌਧਰੀ ਕਹਿੰਦਾ ਹੈ, ਕਹਿਣ ਲੱਗਾ ਵੀ ਖਾਨ ਜੀ ਇਸ ਥਾਂ ਦੇ ਉੱਤੇ ਕਿੱਥੇ ਪਾਣੀ ਹੈ। ਜੇ ਇਹਨਾਂ ਪੈਰਾਂ ਦੇ ਨਾਲ ਅੱਗੇ ਜਾਓਗੇ, ਕਹਿੰਦਾ ਵੀ ਅੱਗੇ 30 ਕੋਹਾਂ ਦੇ ਉੱਤੇ ਪਾਣੀ ਹੱਥ ਆਵੇਗਾ। ਜੇ ਤਾਂ ਅਗਲੇ ਪੈਰੀ ਜਾਓਗੇ, ਇੱਥੋਂ ਅੱਗੇ ਜਾਓਗੇ ਤੇ ਅੱਗੇ 30 ਕੋਹ ਪੈਂਡਾ ਕਰਨਾ ਪੈਣਾ, ਫਿਰ ਪਾਣੀ ਮਿਲੇਗਾ। ਜੇ ਨਵਾਬ ਜੀ ਹਟੋ ਪਿਛਾਰੀ, ਤੇ ਨਵਾਬ ਜੀ, ਸੂਬਾ ਜੀ ਜੇ ਪਿਛਾਂ ਮੁੜ ਜਾਓਗੇ, 10 ਕੋਸ ਪਾਏ ਹਰ ਵਾਰੀ, ਫਿਰ ਪਿੱਛੇ 10 ਕੋਹਾਂ ਤੇ ਪਾਣੀ ਮਿਲ ਜਾਣਾ ਹੈ।
ਪਿੱਛੇ ਘੋੜਿਆਂ ਨੂੰ ਪਿਆਉਣ ਵਾਸਤੇ ਪਾਣੀ, ਫੌਜ ਨੂੰ ਪਿਆਉਣ ਵਾਸਤੇ ਪਾਣੀ ਪਿੱਛੇ 10 ਕੋਹਾਂ ਦੀ ਦੂਰੀ ਤੇ ਮਿਲੇਗਾ, ਅੱਗੇ ਜਾਓਗੇ ਤੇ 30 ਕੋਹਾਂ ਤੇ ਮਿਲੇਗਾ। ਸੁਨ ਤਮ ਵਜੀਦ ਖਾਨ ਸਮਾਇਓ। ਤੇ ਇਹ ਗੱਲ ਸੁਣ ਕਰਕੇ ਸਰਹੰਦ ਦਾ ਸੂਬਾ ਵਜੀਦ ਖਾਨ ਹੈਰਾਨ ਹੋਇਆ। ਚਿੰਤਾ ਬਸ ਮਹਿ ਬਹੁਰ ਪਲਾਇਓ। ਚਿੰਤਾ ਦੇ ਵਸ ਹੋ ਗਿਆ, ਚਿੰਤਾ ਹੋ ਗਈ ਬਹੁਤੀ ਵੀ ਅੱਗੇ 30 ਕੋਹਾਂ ਤੇ ਪਾਣੀ, ਹੁਣ ਪਿਛਾਂਹ ਮੁੜ ਕੇ ਜਾਣਾ ਪਵੇਗਾ, ਪਿੱਛੇ ਵੀ 10 ਕੋਹਾਂ ਤੇ ਹੈ। ਇਸ ਤਰ੍ਹਾਂ ਚਿੰਤਾ ਦੇ ਵਾਸੀ ਭੂਤੋ ਕਰਕੇ ਫਿਰ ਕਹਿਣ ਲੱਗਾ, ਚੌਧਰੀ ਕੌਣ ਇਲਾਜਾ। ਚੌਧਰੀ ਦੱਸ ਫਿਰ ਕੀ ਇਲਾਜ ਕਰੀਏ। ਬਿਨ ਜਲ ਕੇ ਬੜ ਹੋਤ ਕੁਕਾਜਾ। ਤੇ ਪਾਣੀ ਜ਼ਰੂਰ ਚਾਹੀਦਾ ਹੈ, ਪਾਣੀ ਤੋਂ ਬਿਨਾ ਕੁਕਾਜ ਹੋ ਜਾਵੇਗਾ, ਖੋਟਾ ਕਾਰਜ ਹੋ ਜਾਵੇਗਾ। ਤ੍ਰਿਖਾ ਦੀ ਅੱਗੇ ਮਰਹਿ ਕਿਸਾਏ। ਬਹੁਤੀ ਦੇਹ ਦੇ ਨਾਲ ਮੇਰੇ ਸਿਪਾਹੀ ਮਰ ਜਾਣਗੇ, ਮੇਰੀ ਫੌਜ ਮਰ ਜਾਵੇਗੀ। ਅਟਹਿ ਤਉ ਜਲ ਦੂਰ ਸਥਾਏ। ਜੇ ਪਿਛਾਂ ਵੀ ਹਟੀਏ ਫਿਰ ਵੀ ਬੜੀ ਦੂਰ ਹੈ ਪਾਣੀ, ਫਿਰ ਵੀ 10 ਕੋ ਪੈਂਡਾ ਸਫ਼ਰ ਕਰਨਾ ਪੈਂਦਾ ਹੈ, 10 ਕੋ ਸਫ਼ਰ ਕਰਨਾ ਪੈਂਦਾ, ਇੰਨੀ ਦੂਰ ਪਾਣੀ ਹੈ। ਫਿਰ ਇਹ ਸਲਾਹ ਕਰਕੇ ਆਖਰਕਾਰ ਫਿਰ ਪਿਛਾਂ ਹੀ ਮੁੜਦਾ ਹੈ ਵਜੀਦਾ ਸਰਹੰਦ ਦਾ। ਜਦੋਂ ਇਹ ਪਿਛਾਂ ਆਪਣੀ ਫੌਜ ਜਿੰਨੀ ਕੁ ਬਚੀ ਸੀ ਉਹਨਾਂ ਨੂੰ ਲੈ ਕੇ ਮੁੜਦਾ, ਫਿਰ ਟਿੱਬੀ ਤੋਂ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਆ ਇਹਨਾਂ ਸ਼ਹੀਦਾਂ ਨੂੰ ਵਰਦਾਨ ਦੇਣ ਵਾਸਤੇ, ਤੇ ਇੱਕ ਇੱਕ ਸਿੰਘ ਸ਼ਹੀਦ ਹੋਏ ਦਾ ਚਿਹਰਾ ਵੀ ਸਾਫ਼ ਕਰਦੇ ਆ ਤੇ ਬਖਸ਼ਿਸ਼ਾਂ ਵੀ ਕਰਦੇ ਆ। ਤੇ ਉਹਨਾਂ ਵਿੱਚੋਂ ਫਿਰ 40 ਵਿੱਚੋਂ ਇੱਕ ਆਖਰੀ ਸਵਾਸਾਂ ਤੇ ਪਿਆ ਸੀ ਭਾਈ ਮਹਾ ਸਿੰਘ। ਕਿਵੇਂ ਮਾਰੇ ਬਦਾਵਾ ਪਾੜਦੇ ਆ, ਕਿਵੇਂ ਬਖਸ਼ਿਸ਼ਾਂ ਕਰਦੇ, ਭਾਈ ਮਹਾ ਸਿੰਘ ਨਾਲ ਕੀ ਗੱਲਬਾਤ ਕਰਦੇ ਆ, ਉਹ ਅਗਲੇ ਪ੍ਰਸੰਗਾਂ ਦੇ ਵਿੱਚ ਸਾਧ ਸੰਗਤ ਜੀ ਆਵੇਗਾ। ਗੁਰੂ ਜੀ ਦੇ ਪਾਵਨੀ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महापयान नानक पारे उतार। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल।